जगत दिखुता। कहे कबीर राज राम न छोड़ो, सगले ऊंच ते ऊंचा। कहे कबीर राजा राम न छोड़ो, सगले उच्च ते ऊंचा। सगले उच्च ते ऊंचा, डगमग छाड़ रे मन बौरा। डगमग छाड़ रे मन बौरा। अब तो डरे मरे सिद्ध पाए, लीनो हाथ संधोरा। अब तो डरे मरे सिद्ध पाए, लीनो हाथ संधोरा। लीनो हाथ संधोरा, डगमग छाड़ रे मन बौरा। 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 वाहिगुरु जी का खालसा, वाहिगुरु जी की फतेह। सतनाम श्री वाहिगुरु साहिब जी। गुरु नानक पद पंकज बंदन, सिमरो अंगद दुख निकंदन। गुरु अमरदास हृदय नित ध्याऊं, श्री गुरु रामदास गुण गाऊं। गुरु अर्जुन विघ्नन के नासक, श्री हर गोबिंद शुभ मत प्रकाशक। श्री हर राय नमो कर जोरी, श्री हर कृष्ण मनाओ बहोरी। गुर तेग बहादुर परम कृपाला, श्री गुरु गोबिंद सिंह विसाला। धरों धरा धर पुन पुन सीसा, बंदो बार बार जगदीसा। एकंकारा सतगुरु तेह प्रसाद, वाहिगुरु जी की फतेह। कहाँ बुद्ध प्रभु तुच्छ हमारी, हम ना सकत कर सिफत तुम्हारी। आप ले हो तुम कथा सुधारी। सतनाम श्री वाहिगुरु साहिब जी। दोहरा कीरत पुर को अलंघ कै, पुन आए निर्मोह। मुगल पठानन आए कै लरे लखियो तब तरोह। राय गुलाब रुस श्याम सिंह, पिख लिख प्रता दीन। जाहो राज सिर मौर के, मिलहो भूप तब चीन। वाहिगुरु जी का खालसा, वाहिगुरु जी की फतेह। सच्चे पातशाह अंतर्यामी गुरु गरीब निवाज गुरु नानक देव महाराज, धन धन गुरुदेव पिता अमृत के दाते बादशाह दरवेश श्री गुरु गोबिंद सिंह जी महाराज, सर्व कला संपन्न, धन 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 कलयुग के तारनहार, चवर छत्र तखत के मालक श्री गुरु ग्रंथ साहिब महाराज सच्चे पातशाह जी की पावन पवित्र निੱਘੀ गोद का आनंद माण रही गुरु का खालसो खास रूप गुरु सवारी गुरु खालसा साध संगत जी। पार ब्रह्म हुआ सहाई, कथा कीर्तन सुखदाई। सच्चे पातशाह महाराज जी के सिंधिया के दीवाना के अंदर
ਸਮੂਹ ਗੁਰੂ ਕੀ ਸੰਗਤ ਜਿੱਥੇ ਆਨੰਦਮਈ ਗੁਰਬਾਣੀ ਦਾ ਕੀਰਤਨ ਭਾਈ ਬਖਸ਼ੀਸ਼ ਸਿੰਘ ਜੀ ਦੇ ਜੱਥੇ ਪਾਸੋਂ ਸਰਵਣ ਕਰ ਰਹੀ ਸੀ। ਅਬ ਤੋਂ ਜਰੇ ਮਰੇ ਸਿਧ ਪਾਈਐ ਲੀਨੋ ਹਾਥ ਸੰਧੌਰਾ। ਅੱਜ ਕਥਾ ਦੇ ਅੰਦਰ ਵੀ ਉਹੀ ਪ੍ਰਸੰਗ ਆ ਰਹੇ ਨੇ ਜਿਨ੍ਹਾਂ ਨੇ ਮਰਨਾ ਪ੍ਰਵਾਨ ਕਰ ਲਿਆ ਪਰ ਸਿੱਖੀ ਦੇ ਗਾਢੇ ਰਾਹ ਨੂੰ ਨਹੀਂ ਛੱਡਿਆ। ਗੁਰੂ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸੁਨਹਿਰੀ ਅਕਸ਼ਰਾਂ ਦੇ ਅੰਦਰ ਆਪਣਾ ਨਾਮ ਇਤਿਹਾਸ ਦੇ ਅੰਦਰ ਜੜਵਾ ਲਿਆ। ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਸੰਗ ਛੋੜਨਾ, ਗੁਰੂ ਤੋਂ ਬੇਮੁਖਤਾਈ ਪ੍ਰਵਾਨ ਨਹੀਂ ਕੀਤੀ। ਆਪ ਜੀ ਨੇ ਪਿਛਲੇ ਪ੍ਰਸੰਗਾਂ ਦੇ ਅੰਦਰ ਸਰਵਣ ਕੀਤਾ ਸੀ, ਤੁਰਕਾਂ ਤੇ ਪਹਾੜੀ ਰਾਜਿਆਂ ਨੇ ਝੂਠੀ ਕਸਮਾਂ ਖਾ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਨੂੰ ਤੇ ਪਾਤਸ਼ਾਹ ਨੂੰ ਜਦੋਂ ਭਰੋਸੇ 'ਚ ਲੈ ਕੇ ਕਿਲੇ ਤੋਂ ਸਤਿਗੁਰੂ ਬਾਹਰ ਨਿਕਲੇ ਨੇ, ਕੁਝ ਕੁ ਹਜੇ ਪੈਂਡਾ ਹੋਇਆ ਸੀਗਾ। ਸੱਚੇ ਪਾਤਸ਼ਾਹ ਦਾ ਪਰਿਵਾਰ ਸਭ ਤੋਂ ਅੱਗੇ, ਬਜ਼ੁਰਗ, ਬੀਬੀਆਂ, ਬੱਚੇ, ਉਸ ਤੋਂ ਬਾਅਦ ਦੂਜੇ ਘੇਰੇ 'ਚ, ਤੀਸਰੇ ਘੇਰੇ ਦੇ ਅੰਦਰ ਸਤਿਗੁਰੂ ਆਪ, 5 ਪਿਆਰੇ, 4 ਸਾਹਿਬਜ਼ਾਦੇ ਤੇ ਕੁਝ ਯੋਧੇ ਸਿੰਘ ਨਾਲ ਨੇ। ਅਨੰਦਪੁਰ ਸਾਹਿਬ ਦਾ ਕਿਲਾ ਮਹਾਰਾਜ ਨੇ 6 ਪੋਹ ਦੀ ਰਾਤ ਨੂੰ ਕੱਲ੍ਹ ਦੇ ਦਿਨ ਛੱਡਿਆ ਸੀ। ਇਹ ਸਾਰਾ ਵਾਕਿਆ 1704 ਈਸਵੀ ਦਾ ਹੈ। ਪੋਹ ਦਾ ਮਹੀਨਾ ਸੀ, ਕਾਲੀ ਬੋਲੀ ਰਾਤ ਤੇ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਗੁਰਬਖਸ਼ ਉਦਾਸੀ ਨੂੰ ਆਪਣੇ ਪਿਤਾ ਗੁਰਦੇਵ ਦੇ ਸਥਾਨ ਦੀ ਸੇਵਾ ਬਖਸ਼ਿਸ਼ ਕੀਤੀ। ਗੁਰੂ ਕੇ ਮਹਾਨ ਜੰਗੀ ਯੋਧੇ ਜਿਹੜੇ ਜੰਗ ਦੇ ਅੰਦਰ ਜਦੋਂ ਕਿਲਾ ਛੱਡਿਆ, ਸਭ ਤੋਂ ਸਤਿਗੁਰਾਂ ਦੇ ਪਿੱਛੇ ਬਾਬਾ ਅਜੀਤ ਸਿੰਘ ਜੀ ਨੇ, ਉਹਨਾਂ ਤੋਂ ਬਾਅਦ ਸਤਿਗੁਰ ਨੇ, ਉਸ ਤੋਂ ਬਾਅਦ ਗੁਰੂ ਦਾ ਪਰਿਵਾਰ ਸਭ ਤੋਂ ਅੱਗੇ ਹੈ। ਬਾਬਾ ਅਜੀਤ ਸਿੰਘ ਜੀ ਜਦੋਂ ਤਕਰੀਬਨ ਅਨੰਦਪੁਰ ਸਾਹਿਬ ਤੋਂ 2 ਮੀਲ, ਤਕਰੀਬਨ 1.5-2 ਕਿਲੋਮੀਟਰ ਅੱਗੇ ਆਏ ਨੇ, ਉਸ ਸਥਾਨ ਦੇ ਉੱਤੇ ਰਾਮ ਘਨੌਲੀ ਵਿਖੇ ਦੁਸ਼ਮਣ ਨੂੰ ਪਤਾ ਲੱਗ ਗਿਆ ਕਿ ਗੁਰੂ ਕੀ ਫੌਜ ਬਾਹਰ ਨਿਕਲ ਗਈ ਹੈ। ਪਹਾੜੀ ਰਾਜੇ ਤੇ ਤੁਰਕਾਂ ਨੇ ਸੋਚਿਆ ਕਿਉਂ ਨਾ ਹੁਣ ਗੁਰੂ ਨੂੰ ਹਮਲਾ ਕਰਨ ਦਾ ਬਹੁਤ ਸਹੀ ਸਮਾਂ ਹੈ। ਗੁਰੂ ਤੋਂ ਫੜ ਕੇ, ਗੁਰੂ ਦੇ ਮਾਰ ਕੇ ਅਸੀਂ ਔਰੰਗਜ਼ੇਬ ਤੋਂ ਇਨਾਮ ਵੀ ਲਾਂਗੇ ਤੇ ਨਾਲੇ ਜਿਹੜਾ ਅਨੰਦਪੁਰ ਦੀ ਪਹਾੜੀਆਂ ਨੇ ਗੁਰੂ ਨੇ ਉਪਦਰਵ ਮਚਾਇਆ ਉਸ ਨੂੰ ਵੀ ਠੱਲ ਪੈ ਜਾਵੇਗੀ। ਗੁਰੂ ਪਾਤਸ਼ਾਹ ਮਹਾਰਾਜ ਦੇ ਉੱਤੇ ਤੁਰਕ ਪਹਾੜੀ ਰਾਜੇ ਆਪਣੀ ਕਸਮਾਂ ਭੁੱਲ ਕੇ, ਗਊ ਦੀਆਂ, ਕੁਰਾਨ ਸ਼ਰੀਫ ਦੀਆਂ ਅਤੇ ਠਾਕੁਰਾਂ ਦੀਆਂ ਉਹ ਕਸਮਾਂ ਭੁੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਤੇ ਹਮਲਾ ਕਰ ਦਿੱਤਾ। ਕੱਲ੍ਹ ਦੇ ਦੀਵਾਨ ਸਰਵਣ ਕੀਤਾ। ਸਿੰਘਾਂ ਨੇ ਪਛਤਾਵਾ ਵੀ ਕੀਤਾ ਵੀ ਗੁਰੂ ਪਾਤਸ਼ਾਹ ਡੱਕਦੇ ਰਹੇ, ਅਸੀਂ ਨਹੀਂ ਰੁਕੇ। ਗੁਰੂ ਪਾਤਸ਼ਾਹ ਨੇ ਬਹੁਤ ਵਾਰੀ ਕਿਹਾ ਸੀਗਾ ਕਿਲਾ ਨਾ ਛੱਡੋ, ਪਰ ਅਸੀਂ ਭੁੱਖ ਤੋਂ ਆਤੁਰ ਹੋਏ, ਕਿਲਾ ਤਾਂ ਛੱਡ ਦਿੱਤਾ। ਹੁਣ ਭੁੱਖ ਦਾ ਦੁੱਖ ਵੀ ਬਰਕਰਾਰ ਹੈ, ਨੰਗੀ ਤੇਗ ਵੀ ਸਾਹਮਣੇ ਹੈ, ਜੰਗ ਦਾ ਸਮਾਂ ਹੈ, ਠੰਡ ਪੈ ਰਹੀ ਹੈ, ਉੱਪਰੋਂ ਮੀਂਹ ਪੈ ਰਿਹਾ ਹੈ, ਅੱਗੋਂ ਆਵਾਜ਼ ਨਿਰਮੋਹਗੜ੍ਹ ਤੱਕ ਸਰਸਾ ਦੇ ਪਾਣੀ ਦੀ ਵੀ ਆ ਰਹੀ ਹੈ। ਸੱਚੇ ਪਾਤਸ਼ਾਹ ਮਹਾਰਾਜ ਦੇ ਯੋਧੇ ਸਿੰਘ ਅਨੰਦਪੁਰ ਸਾਹਿਬ ਤੋਂ ਚਲਦੇ ਚਲਦੇ ਨਿਰਮੋਹਗੜ੍ਹ ਸਾਹਿਬ ਖਾਲਸਾ ਜੀ ਪਹੁੰਚੇ ਨੇ। ਜਿਹੜਾ ਸਭ ਤੋਂ ਪਹਿਲਾ ਜੰਗ ਹੋਇਆ ਉਹ ਨਿਰਮੋਹਗੜ੍ਹ ਸਾਹਿਬ ਹੋਇਆ। ਕੁਝ ਇਤਿਹਾਸਿਕ ਸਥਾਨ ਨੇ ਜੋ ਸਾਨੂੰ ਪਤਾ ਹੋਣ ਤਾਂ ਸਾਨੂੰ ਇਤਿਹਾਸ ਕਦੇ ਵੀ ਭੁੱਲੇ ਨਾ। ਸਭ ਤੋਂ ਪਹਿਲਾ ਸਥਾਨ ਨਿਰਮੋਹਗੜ੍ਹ ਸਥਾਨ ਸੀਗਾ ਜਿੱਥੇ ਬਾਬਾ ਅਜੀਤ ਸਿੰਘ ਜੀ ਨੇ ਵੈਰੀ ਟਿੱਡੀ ਦਲ ਦੇ ਨਾਲ ਜੰਗ ਪਹਿਲੇ ਮੁਕਾਮ ਤੇ ਸ਼ੁਰੂ ਕੀਤਾ ਹੈ। ਜਦੋਂ ਬਾਬਾ ਅਜੀਤ ਸਿੰਘ ਜੀ ਨੇ ਜੰਗ ਸ਼ੁਰੂ ਕੀਤਾ ਨਿਰਮੋਹਗੜ੍ਹ ਸਾਹਿਬ ਵਿਖੇ, ਉਹ ਕਵੀਰਾਜ ਭਾਈ ਸੰਤੋਖ ਸਿੰਘ ਜੀ ਆਪਣੇ ਗ੍ਰੰਥ ਸ੍ਰੀ ਗੁਰਪ੍ਰਤਾਪ ਦੇ ਅੰਦਰ ਲੜੀਵਾਰ ਲਿਖਿਆ। ਕਵੀਰਾਜ ਭਾਈ ਸੰਤੋਖ ਸਿੰਘ ਦਾ ਦਿਲ ਦੀ ਗਹਿਰਾਈਆਂ ਤੋਂ ਇੱਕ ਵਾਰੀ ਨਹੀਂ ਬੇਅੰਤ ਵਾਰੀ ਧੰਨਵਾਦ ਹੈ, ਜਿਨ੍ਹਾਂ ਨੇ ਗੁਰੂ ਖਾਲਸੇ ਤੱਕ ਇੰਨਾ ਕੀਮਤੀ ਇਤਿਹਾਸ ਪਹੁੰਚਾ ਦਿੱਤਾ। ਖਾਲਸਾ ਜੀ ਜੇ ਇਤਿਹਾਸ ਸਾਡੇ ਕੋਲ ਨਾ ਪਹੁੰਚਦਾ, ਅੱਜ ਸਿੱਖੀ ਦੇ ਅੰਦਰ ਇੱਕ ਬਹੁਤ ਵੱਡੀ ਘਾਟ ਪੈ ਜਾਣੀ ਸੀ ਵੀਰ ਰਸ ਦੀ। ਜਿੱਥੇ ਗੁਰੂ ਦਸਮ ਗ੍ਰੰਥ ਦੀ ਬਾਣੀ ਇਸ ਖਾਲਸੇ ਨੂੰ ਵੀਰ ਰਸ ਦਿੰਦੀ ਹੈ, ਉੱਥੇ ਇਹ ਇਤਿਹਾਸ ਗੁਰੂ ਦਾ ਪੜ੍ਹਨ ਦੇ ਨਾਲ
ਨਾ ਕੇਵਲ ਮਨ ਦੇ ਅੰਦਰ ਗੁਰੂ ਦੇ ਲਈ ਸ਼ਰਧਾ ਵੱਜਦੀ ਹੈ, ਦੂਜੇ ਪੱਖ ਤੇ ਇਤਿਹਾਸ ਪੜ੍ਹਨ ਦੇ ਨਾਲ ਗੁਰੂ ਦੇ ਉੱਤੇ ਪ੍ਰੇਮ ਭਾਵਨਾ ਅਤੇ ਗੁਰੂ ਦੇ ਲਈ ਆਪਣਾ ਜਜ਼ਬਾ ਵੱਧਦਾ ਵੀ ਗੁਰੂ ਨਾਲ ਹੋਰ ਪ੍ਰੇਮ ਕਰੀਏ। ਗੁਰੂ ਦਾ ਉਹ ਮਹਾਨ ਲਿਸਾਨੀ ਇਤਿਹਾਸ, ਆਓ ਖਾਲਸਾ ਜੀ, ਸਮਾਂ ਤਾਂ ਕਿਉਂਕਿ ਨਿਰਧਾਰਿਤ ਹੀ ਹੁੰਦਾ ਕਥਾ ਦਾ, ਪਰ ਗੁਰੂ ਦਾ ਇਤਿਹਾਸ ਬਹੁਤ ਵਿਸ਼ਾਲ ਹੈ। ਅੱਜ ਕੋਸ਼ਿਸ਼ ਕਰਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੋ ਸੂਰਮੇ 7 ਪੋਹ ਵਾਲੇ ਦਿਨ ਬਾਬਾ ਉਦੈ ਸਿੰਘ ਜੀ ਜਰਨੈਲ ਤੇ ਦੂਸਰੇ ਭਾਈ ਜੀਵਨ ਸਿੰਘ ਜੀ ਰੰਗਰੇਟੇ, ਉਹ ਦੋਨੋਂ ਅੱਜ ਵਾਲੇ ਦਿਨ ਸ਼ਹੀਦ ਹੋਏ ਸੀਗੇ। ਖਾਲਸਾ ਜੀ, ਜਦੋਂ ਜੰਗ ਸਰਸਾ ਦੀ ਨਦੀ ਤੇ ਸ਼ੁਰੂ ਹੋਇਆ, ਉਹ ਜੰਗ ਇੱਕ ਐਸਾ ਜੰਗ ਸੀਗਾ ਜੋ ਸੰਸਾਰ ਦੇ ਉੱਤੇ ਕੋਈ ਵੀ ਯੋਧਾ ਨਹੀਂ ਲੜਿਆ ਸੀ, ਕਿਉਂਕਿ ਇਸ ਜੰਗ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ 17 ਸਾਲ ਦੀ ਉਮਰ, ਹਜੇ ਦਾੜੀ ਪੁੱਟੀ ਹੈ ਮੁਖ ਤੇ। ਦੂਜੇ ਪਾਸੇ ਜੰਗੀ ਜਰਨੈਲ ਉਹ ਨੇ ਜਿਹੜੇ ਤਕਰੀਬਨ 30 ਸਾਲ ਤੋਂ ਜੰਗ ਲੜ ਰਹੇ ਨੇ, ਜਿਨ੍ਹਾਂ ਨੂੰ ਜੰਗ ਦੇ ਪੈਤਰੇ ਆਉਂਦੇ ਨੇ, ਕਿੰਨੇ ਕਿੰਨੇ ਜੰਗ ਉਹਨਾਂ ਨੇ ਲੜੇ ਨੇ। ਪਰ ਉਹਨਾਂ ਦੇ ਨਾਲ ਗੁਰੂ ਕਾ ਯੋਧਾ ਸੁਪੁੱਤਰ ਬਾਬਾ ਅਜੀਤ ਸਿੰਘ ਕਿਸ ਤਰ੍ਹਾਂ ਜੂਝਦਾ ਹੈ, ਆਓ ਉਹ ਪ੍ਰੇਮ ਪਿਆਰ ਦੇ ਨਾਲ ਕਥਾ ਸਰਵਣ ਕਰੀਏ। ਕੋਈ ਵੀ ਰਸਨਾ ਗੁਰੂ ਮੰਤਰ ਉਚਾਰਨ ਤੋਂ ਵਾਂਝੀ ਨਾ ਰਵੇ, ਪ੍ਰੇਮ ਨਾਲ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੀਰਤਪੁਰ ਕੋ ਲੰਘ ਕੇ ਪੁਨ ਆਏ ਨਿਰਮੋਹ। ਸੱਚੇ ਪਾਤਸ਼ਾਹ ਜੀ, ਕੀਰਤਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੱਥਾ। ਖਾਲਸਾ ਜੀ, ਕੁਝ ਕੁ ਗੱਲਾਂ ਸਾਨੂੰ ਚੇਤੇ ਰੱਖਣੀਆਂ ਪੈਣਗੀਆਂ। ਜਦੋਂ ਪਾਤਸ਼ਾਹ ਨੇ ਕਿਲਾ ਛੱਡਿਆ ਤਦੋਂ 500 ਸਿੰਘ ਨਾਲ ਨੇ। ਕੁਝ ਹਜ਼ੂਰੀ ਸਿੰਘ ਤੇ 10ਵੇਂ ਪਾਤਸ਼ਾਹ ਦਾ ਪਰਿਵਾਰ ਰੋਪੜ ਵਾਲੇ ਪਾਸੇ ਨੂੰ ਅੱਗੇ ਹੋ ਚੁੱਕਾ ਹੈ ਤੇ ਤਕਰੀਬਨ 250 ਸਿੰਘ ਮਹਾਰਾਜ ਦੇ ਨਾਲ ਨੇ। ਤਕਰੀਬਨ 25 ਤੋਂ ਲੈ ਕੇ 30 ਸਿੰਘਾਂ ਦਾ ਜੱਥਾ ਸਭ ਤੋਂ ਪਿਛਲੇ ਪਾਸੇ ਬਾਬਾ ਅਜੀਤ ਸਿੰਘ ਦੇ ਨਾਲ ਹੈ। ਉਹ ਨਿਰਮੋਹਗੜ੍ਹ ਵਾਲਾ ਸਥਾਨ ਹੈ ਜਿੱਥੇ ਸਭ ਤੋਂ ਪਹਿਲਾ ਜੰਗ ਹੋਇਆ ਹੈ। ਮੁਗਲ ਪਠਾਨਨ ਆਏ ਕੈ ਲਰੇ ਲਖਿਓ ਤਬ ਧਰੋਹ। ਮੁਗਲਾਂ ਤੇ ਪਠਾਨਾਂ ਨੇ ਧੋਖਾ ਕੀਤਾ ਗੁਰੂ ਨਾਲ, ਕਸਮ ਖਾ ਕੇ ਕਿਲੇ ਤੇ ਹਮਲਾ ਨਹੀਂ ਕਰਾਂਗੇ, ਪਰ ਕਿਲੇ ਤੇ ਹਮਲਾ ਕਰ ਦਿੱਤਾ। ਰਾਏ ਗੁਲਾਬ ਰੁਸ਼ਿਆਮ ਸਿੰਘ ਭਿਖ ਲਿਖ ਪਤਰਾ ਦੀਨ। ਸੱਚੇ ਪਾਤਸ਼ਾਹ ਨੇ ਉੱਥੋਂ ਦੋ ਜਿਹੜੇ ਗੁਰੂ ਕੇ ਪ੍ਰੇਮ ਵਾਲੇ ਸਿੰਘ ਸੀਗੇ, ਗੁਲਾਬ ਸਿੰਘ ਤੇ ਸ਼ਾਮ ਸਿੰਘ, ਉਹਨਾਂ ਨੂੰ ਇੱਕ ਚਿੱਠੀ ਦੇ ਕੇ ਕਿਸੇ ਹੋਰ ਰਿਆਸਤ 'ਚ ਭੇਜ ਦਿੱਤਾ ਵੀ ਉੱਥੇ ਤੁਹਾਨੂੰ ਗੁਰੂ ਕੀ ਸੰਗਤ ਸਾਂਭੇਗੀ। ਜਾਹੋ ਰਾਜ ਸਿਰ ਮੌਰ ਕੇ ਮਿਲਹੁ ਭੂਪ ਤਬ ਚੀਨ। ਜਾ ਕੇ ਸਿਰਮੌਰ ਰਾਜ ਦੇ ਅੰਦਰ ਜਾ ਕੇ ਉੱਥੇ ਦੇ ਚੌਰਬਰਦਾਰ ਨੂੰ, ਚੌਧਰੀ ਨੂੰ ਕਹੋ, ਉਹ ਤੁਹਾਡਾ ਸਤਿਕਾਰ ਕਰਨਗੇ, ਤੁਸੀਂ ਹੁਣ ਇੱਥੋਂ ਚਾਲਾ ਮਾਰੋ। ਤੁਰਕਨ ਸੰਗ ਵਿਰੋਧ ਹਮ ਇਹ ਭੇਜੇ ਤੁਮ ਪਾਸ। ਤੁਰਕਾਂ ਦੇ ਨਾਲ ਵਿਰੋਧ ਕਰਨ ਕਾਰਨ ਸ਼ਾਮ ਸਿੰਘ ਨੂੰ ਇਤਿਆਦ ਉੱਥੇ ਦੇ ਮੋਢੀ ਸਿੰਘਾਂ ਨੂੰ ਮਹਾਰਾਜ ਨੇ ਸਿਰਮੌਰ ਦੀ ਧਰਤੀ ਤੇ ਘੱਲ ਦਿੱਤਾ। ਦੇਹੋ ਗ੍ਰਾਮ ਸੇਵ ਹੋ ਇਨਹੁ ਬੰਸ ਹੈ ਕਰ ਹੈ ਆਵਾਸ। ਸਤਿਗੁਰਾਂ ਨੇ ਪਟਾ ਲਿਖਾਇਆ, ਇਹਨਾਂ ਨੂੰ ਕੁਝ ਕੁ ਪੈੜੀ ਜ਼ਮੀਨ ਦਿਓ, ਵਾਹਣ ਵਾਸਤੇ ਰਹਿਣ ਨੂੰ ਥਾਂ ਦਿਓ ਤੇ ਇਹਨਾਂ ਦਾ ਸਤਿਕਾਰ ਕਰੋ, ਧਨ ਦਿਓ। ਲਈ ਲਿਖਤ ਨਿਰਪ ਢਿਗ ਗਏ ਗੁਰ ਕੋ ਲਿਖਿਓ ਪਛਾਨ। ਗੁਰੂ ਪਾਤਸ਼ਾਹ ਦਾ ਲਿਖਿਆ ਪਛਾਣ ਕੇ ਉਹ ਜਿਹੜੇ ਦੋ ਸੀਗੇ ਸਿੰਘ ਉਹ ਚਲੇ ਗਏ। ਗ੍ਰਾਮ ਦੇਓ ਗਿਰਵੀ ਤਬੈ ਬਸੇ ਤਿਸੀ ਇਸ ਥਾਨ। ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਗਿਰਵੀ ਨਾਮ ਦਾ ਗ੍ਰਾਮ ਉਨ ਦੋਨਾਂ ਭਰਾਵਾਂ ਦੇ ਨਾਂ ਲਿਖ ਦਿੱਤਾ। ਨਰਾਜ ਛੰਦ ਗੁਰੂ ਗੋਬਿੰਦ ਸਿੰਘ ਜੀ ਖਰੇ ਕਛੂਕ ਹੋਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੂਰਮਿਆਂ ਦੇ ਸੂਰਮੇ, ਬਲੀਆਂ ਦੇ ਬਲੀ, ਜਿਨ੍ਹਾਂ ਦਾ ਖਾਲਸਾ ਜੀ ਸੱਚੇ ਪਾਤਸ਼ਾਹ ਮਹਾਰਾਜ ਦੀ ਤਕਰੀਬਨ 38 ਸਾਲ ਦੀ ਉਮਰ ਹੈ। ਜਦੋਂ ਮਹਾਰਾਜ ਨੇ ਹੁਣ ਕਿਲਾ ਛੱਡਿਆ ਤੇ ਮਹਾਰਾਜ ਦੀ ਉਮਰ 38 ਸਾਲ ਦੀ ਹੈ, ਕਿਉਂਕਿ 1708 'ਚ ਤਾਂ ਮਹਾਰਾਜ ਜੋਤੀ ਜੋਤ ਸਮਾ ਗਏ, ਤਦੋਂ 42 ਸਾਲ ਉਮਰ ਸੀ। ਹੁਣ 1704 ਦੇ ਅੰਦਰ ਕਲਗੀਧਰ ਪਾਤਸ਼ਾਹ 38 ਸਾਲ ਦੇ ਗੱਭਰੂ ਜਵਾਨ, ਸਵਾ 7 ਫੁੱਟ ਕੱਦ ਸੱਚੇ ਪਾਤਸ਼ਾਹ ਦਾ। ਮਹਾਰਾਜ ਦਾ ਘੋੜਾ ਬਲੀ, ਕਲਗੀ ਝੂਮ ਰਹੀ ਹੈ, ਗਾਤਰੇ 'ਚ ਸ਼ਸਤਰ ਨੇ ਪਿੱਛੇ ਢਾਲ ਪਾਈ ਹੈ। ਸੱਚੇ ਪਾਤਸ਼ਾਹ ਦੇ ਕਮਰ ਕੱਸੇ 'ਚ ਵੀ ਸ਼ਸਤਰ ਨੇ, ਤਿਆਰ ਬਰ ਤਿਆਰ ਨੇ ਮਹਾਰਾਜ ਜੰਗ ਲੜਨ ਨੂੰ।
ਦਰੇ ਪਿਛਾਰ ਆਨ ਕੈ ਸੁਨੰਤ ਨਾਦ ਜੋਇ ਕੈ। ਸੱਚੇ ਪਾਤਸ਼ਾਹ ਨੂੰ ਪਤਾ ਲੱਗਿਆ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਧੀਰੇ ਧੀਰੇ ਅੱਗੇ ਜਾ ਰਹੇ ਨੇ। ਸੱਚੇ ਪਾਤਸ਼ਾਹ ਵਿਚਕਾਰ ਨੇ, ਪਰਿਵਾਰ ਅੱਗੇ ਰੋਪੜ ਵੱਲ ਨੂੰ ਵੱਧ ਰਿਹਾ ਹੈ। ਗੁਰੂ ਪਾਤਸ਼ਾਹ ਦੇ ਪਿਛਲੇ ਪਾਸੇ ਕੁਝ ਸਿੰਘਾਂ ਨੇ ਗੋਲੀ ਚਲਾਈ। ਪਿਛਲੇ ਪਾਸੇ ਗੁਰੂ ਪਾਤਸ਼ਾਹ ਨੂੰ ਪਤਾ ਸੀ ਮੇਰਾ ਵੱਡਾ ਫਰਜ਼ੰਦ ਬਾਬਾ ਅਜੀਤ ਸਿੰਘ ਹੈ, ਕਿਉਂਕਿ ਜੇ ਗੁਰੂ ਮਹਾਰਾਜ ਬਹੁਤ ਅੱਗੇ ਹੋ ਜਾਂਦੇ ਤੇ ਪਿਛਲੇ ਸਿੰਘਾਂ ਨੂੰ ਹੋਣਾ ਸੀ ਵੀ ਅਸੀਂ ਇਕੱਲੇ ਰਹਿ ਗਏ। ਜੇ ਗੁਰੂ ਪਾਤਸ਼ਾਹ ਪਿੱਛੇ ਬਹੁਤ ਜ਼ਿਆਦਾ ਹੋ ਜਾਂਦੇ ਤੇ ਪਰਿਵਾਰ ਵਾਲਿਆਂ ਨੂੰ ਹੋਣਾ ਸੀ। ਗੁਰੂ ਪਾਤਸ਼ਾਹ ਪਿੱਛੇ ਰਹਿ ਗਏ। ਉਹਨਾਂ ਨੂੰ ਹੌਸਲਾ ਦੇਣ ਦੇ ਲਈ ਗੁਰੂ ਪਾਤਸ਼ਾਹ ਵਿੱਚ ਨੇ। ਸੱਚੇ ਪਾਤਸ਼ਾਹ ਦੇ ਨਾਲ ਕੁਝ ਸਿੰਘ ਨੇ ਤੇ ਕੁਝ ਸਿੰਘ ਪਿੱਛੇ। ਹੁਣ ਗੋਲੀ ਚੱਲ ਗਈ ਹੈ। ਗੋਲੀ ਚੱਲਣ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਪੁੱਛਿਆ ਹੈ, ਮਨਿੰਦ ਢੀਡ ਬਰਿੰਦ ਕੇ ਬਿਲੰਦ ਸ਼ੋਰ ਘਾਲਿਓ। ਮਹਾਰਾਜ ਕਹਿੰਦੇ ਬੜਾ ਸ਼ੋਰ ਆਇਆ ਪਿੱਛੋਂ, ਲੱਗਦਾ ਪਹਾੜੀਆਂ ਨੇ ਹਮਲਾ ਕੀਤਾ ਧੋਖੇ ਨਾਲ। ਤੁਰਕਾਂ ਨੇ ਗੁਰੂ ਦੇ ਸਿੰਘ ਜਵਾਬ ਦੇਣ ਲਈ ਵਾਪਸ ਗੋਲੀ ਚਲਾਉਂਦੇ ਨੇ। ਇਹ ਸੱਚੇ ਪਾਤਸ਼ਾਹ ਨੇ ਅਨੁਮਾਨ ਲਾਇਆ ਹੈ। ਤੁਫੰਗ ਛੋਰ ਛੋਰ ਕੈ ਅਗਾਉ ਪਾਉ ਡਾਲਿਓ। ਸੱਚੇ ਪਾਤਸ਼ਾਹ ਦੇ ਸੂਰਮੇ ਸਿੰਘ ਤੁਫੰਗ ਕਹਿੰਦੇ ਨੇ ਬੰਦੂਕ ਨੂੰ, ਤੁਫੰਗ ਛੋੜਨੇ ਨੂੰ ਕਹਿੰਦੇ ਨੇ ਗੋਲੀ ਚਲਾਣਾ। ਬੰਦੂਕ ਚੋਂ ਗੋਲੀਆਂ ਚਲਾਉਂਦੇ ਨੇ, ਫੁੰਕਾਰ ਦੀਆਂ ਗੋਲੀਆਂ, ਕਿਉਂਕਿ ਉਹ ਗੋਲੀ ਦੇ ਅੰਦਰ ਅਗਲਿਓਂ ਪਾਸਿਓਂ ਵੱਡੀ ਦਨਾਲੀ ਹੁੰਦੀ ਸੀ, ਅਗਲਿਓਂ ਪਾਸਿਓਂ ਗੋਲੀ ਪੈਂਦੀ ਸੀ, ਉੱਤੋਂ ਬਰੂਦ ਪੈ ਕੇ ਗੱਜ ਦੇ ਨਾਲ ਠੋਕਿਆ ਜਾਂਦਾ ਸੀਗਾ ਤੇ ਤਾਂ ਅੱਗੋਂ ਚਿੰਗਾਰੀ ਨਿਕਲਦੀ ਸੀ ਉਹ ਗੋਲੀ ਦੀ। ਸੋ ਉਹ ਪੁਰਾਣੀ ਗੋਲੀਆਂ ਸੀ। ਸਿੰਘ ਬਾਰ-ਬਾਰ ਉਹ ਚਲਾਉਂਦੇ ਨੇ, ਅੱਗੋਂ ਗੋਲੀ ਪਾਉਂਦੇ ਨੇ, ਬਰੂਦ ਪਾਉਂਦੇ ਨੇ, ਫਿਰ ਗੱਜ ਦੇ ਨਾਲ ਠੋਕਦੇ ਨੇ ਤੇ ਅੱਗੋਂ ਦਨਾਲੀ ਚੋਂ ਠਾਹ ਕਰਕੇ ਗੋਲੀ ਨਿਕਲਦੀ ਹੈ। ਉਹਦੀ ਬਹੁਤ ਆਵਾਜ਼ ਹੁੰਦੀ ਹੈ, ਕਿਉਂਕਿ ਅੱਜ ਤਾਂ ਆਟੋਮੈਟਿਕ ਹੋ ਗਈਆਂ, ਮਸ਼ੀਨ ਗਨਸ ਆ ਗਈਆਂ। ਉਹ ਬਹੁਤ ਮਕੈਨਾਈਜ਼ਡ ਤਰੀਕੇ ਨਾਲ, ਆਟੋਮਾਈਜ਼ਡ ਤਰੀਕੇ ਨਾਲ ਚੱਲਦੀਆਂ ਨੇ। ਪਰ ਜਿਹੜੀ ਪੁਰਾਣੀਆਂ ਸੀਗੀਆਂ ਉਹਨਾਂ ਨੇ ਬਹੁਤ ਮਿਹਨਤ ਨਾਲ ਸਿੰਘ ਚਲਾਉਂਦੇ ਸੀ। ਸੁਨੰਤ ਨਾਦ ਜਾਣ ਕੈ ਤੁਖੇ ਪਲੀਤ ਹੇਰ ਕੈ। ਸੱਚੇ ਪਾਤਸ਼ਾਹ ਨੇ ਉੱਧਰ ਦੂਜੇ ਪਾਸੇ ਵੀ ਪਲੀਤਾ ਤੁਖ ਲਿਆ। ਬਰੂਦ ਦੇ ਅੰਦਰ ਜਦੋਂ ਅਸੀਂ ਬਰੂਦ ਪਾਉਂਦੇ ਆ ਨਾ, ਉਹ ਜਦੋਂ ਠੋਕਿਆ ਜਾਂਦਾ ਤੇ ਪਲੀਤਾ ਨਿਕਲਦਾ, ਅੱਗੋਂ ਚਿੰਗਾਰੀ ਨਿਕਲਦੀ ਗੋਲੀ ਚੋਂ। ਕਰੰਤ ਸੂਦ ਤਾਹੇ ਔਰ ਗੋਰ ਛੋਰ ਟੇਰ ਕੈ। ਸੱਚੇ ਪਾਤਸ਼ਾਹ ਮਹਾਰਾਜ ਗੋਲੀਆਂ ਕੜਾਕ ਕੜਾਕ ਚਲਦੀਆਂ ਜੰਗ ਦੇ ਅੰਦਰ। ਅਜੀਤ ਸਿੰਘ ਪਾਏ ਰੋ ਪਠਾਂਡ ਗਾੜ ਹੋਇਓ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ, ਹੁਣ ਪਹਿਲੀ ਵਾਰੀ ਨਾਮ ਆਇਆ ਬਾਬਾ ਅਜੀਤ ਸਿੰਘ ਦਾ। ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਹੁਣ ਪਹਿਲੀ ਵਾਰੀ ਨਾਮ ਆਇਆ ਗੋਲੀ ਚੱਲਣ ਦਾ। ਮਹਾਰਾਜ ਕਹਿੰਦੇ ਕੌਣ ਲੜ ਰਿਹਾ ਪਿੱਛੇ? ਕਿਉਂਕਿ ਜਿਹੜਾ ਜੰਗ ਹੁੰਦਾ ਹੈ ਨਾ, ਉਹ ਦੁਸ਼ਮਣ ਦੇ ਉੱਤੇ ਵਾਰ ਕਰਨ ਦੇ ਨਾਲ ਪਤਾ ਲੱਗ ਜਾਂਦਾ ਸੂਰਮੇ 'ਚ ਕਿੰਨਾ ਦਮ ਹੈ ਜੰਗ ਲੜਨ ਦੇ ਵਿੱਚ। ਮਹਾਰਾਜ ਨੇ ਗੋਲੀਆਂ ਤੋਂ ਅਨੁਮਾਨ ਲਗਾਇਆ। ਕਹਿੰਦੇ ਮੇਰਾ ਵੱਡਾ ਪੁੱਤਰ ਅਜੀਤ ਸਿੰਘ ਤਾਂ ਨਹੀਂ ਲੜਦਾ ਪਿੱਛੇ। ਜੋ ਕੇਸ ਲੱਛ ਸੂਰਮੇ ਮਨੋ ਕਪਾਟ ਜੋਇਓ। ਜਦੋਂ ਬਾਬਾ ਅਜੀਤ ਸਿੰਘ ਨੇ ਗੋਲੀ ਚਲਾਈ ਹੈ ਨਾ, ਦੂਜੇ ਪਾਸੇ ਜਿਹੜਾ ਵੈਰੀ ਦਲ ਹੈ ਉਹ ਰੁਕ ਗਿਆ ਇੱਕ ਵਾਰੀ। ਖਾਲਸਾ ਜੀ, ਸੂਰਮਾ ਉਹੀ ਹੁੰਦਾ ਜਿਹੜਾ ਜੰਗ ਦੇ ਅੰਦਰ ਵੈਰੀ ਨੂੰ ਠੱਲ ਪਾ ਲਵੇ। ਜੇ ਅੱਗੇ ਵੈਰੀ ਵਧਿਆ ਹੀ ਆ ਰਿਹਾ, ਫਿਰ ਸੂਰਮੇ ਦੀ ਸੂਰਮਤਾਈ ਕਾਦੀ ਹੋਈ। ਬਾਬਾ ਅਜੀਤ ਸਿੰਘ 25 ਸਿੰਘਾਂ ਦੇ ਜੱਥੇ ਨਾਲ, ਦੂਜੇ ਪਾਸੇ ਤੁਰਕ ਲੱਖਾਂ ਦੀ ਗਿਣਤੀ 'ਚ, ਤੇ ਬਾਬਾ ਅਜੀਤ ਸਿੰਘ ਜੀ ਨੇ ਉੱਥੇ ਸਮਾਂ ਰੋਕ ਦਿੱਤਾ। ਜੰਗ ਦੇ ਅੰਦਰ ਤੁਰਕ ਅੱਗੇ ਨਹੀਂ ਵੱਧ ਪਾ ਰਹੇ। ਇਧੋਂ ਪ੍ਰਵਾਹ ਨੀਰ ਕੋ ਪਹਾੜ ਹੋਏ ਰੋਕਿਓ। ਕਹਿੰਦੇ ਇਸ ਤਰ੍ਹਾਂ ਜਾਣ ਲਓ ਵੀ ਜਿਹੜਾ ਤੁਰਕਾਂ ਦਾ ਦਲ ਹੈ ਉਹ ਇੱਕ ਬੜਾ ਵੱਡਾ ਪ੍ਰਵਾਹ ਹੈ ਨਦੀ ਦਾ, ਤੇ ਬਾਬਾ ਅਜੀਤ ਸਿੰਘ ਸੁਮੇਰ ਪਰਬਤ ਹੈ। ਜੇ ਸੁਮੇਰ ਪਰਬਤ ਦੇ ਅੱਗੇ ਕੋਈ ਨਦੀਆਂ, ਟਿੱਬੇ, ਸਮੁੰਦਰ ਆ ਕੇ ਟਕਰਾ ਵੀ ਜਾਏ, ਉਸ ਦੇ ਨਾਲ ਕੋਲਾਈਡ ਕਰ ਜੇ, ਤੇ ਮਾਊਂਟੇਨ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਬਾਬਾ ਅਜੀਤ ਸਿੰਘ ਉਹ ਪਹਾੜ ਹੈ, ਤੇ ਟਿੱਡੀ ਦਲ ਜਿਹੜਾ ਹੈ ਸਾਹਮਣੇ ਤੁਰਕਾਂ ਦਾ, ਉਹ ਇੱਕ ਸਮੁੰਦਰ ਦੇ ਨਿਆਈ ਹੈ। ਉਹ ਬਾਬਾ ਅਜੀਤ ਸਿੰਘ ਤੇ ਹਮਲਾ ਕਰਦੇ ਨੇ, ਪਰ ਬਾਬਾ ਅਜੀਤ ਸਿੰਘ ਆਪਣੇ ਜੱਥੇ ਦੇ ਨਾਲ 25 ਸਿੰਘਾਂ ਦੇ ਨਾਲ ਤਿਆਰ ਬਰ ਤਿਆਰ ਨੇ। ਵਿਸਾਲ ਜੰਗ ਮੰਡ ਕੈ ਖਰੇ ਕਰੇ ਬਿਲੋਕਿਓ। ਖਾਲਸਾ ਜੀ, ਉੱਥੇ ਵਿਸਾਲ ਜੰਗ ਹੁੰਦਾ। ਮੰਡਣਾ ਕਹਿੰਦੇ ਨੇ ਜਦੋਂ ਆਪਸ ਦੇ ਅੰਦਰ ਗਹਿਗਚ ਜੰਗ ਸ਼ੁਰੂ ਹੋ ਜਾਂਦਾ, ਜਦੋਂ ਕਿਰਪਾਨਾਂ ਚਲਦੀਆਂ ਨੇ, ਬੰਦੂਕਾਂ ਚਲਦੀਆਂ ਨੇ, ਵੈਰੀ ਦੇ ਉੱਤੇ ਨਿਰਦਈ ਹੋ ਕੇ ਵਾਰ ਕਰਦਾ। ਉੱਥੇ ਇੱਕ ਵਾਰੀ ਜੰਗ ਦੇ ਅੰਦਰ ਜਦੋਂ ਵਾਰ ਹੁੰਦੇ ਨੇ ਨਾ, ਤਦੋਂ ਦੇਖਿਆ ਨਹੀਂ ਜਾਂਦਾ ਵੀ ਸਾਹਮਣੇ ਵਾਲੇ ਦੇ ਵਾਰ ਕਿੱਥੇ ਵੱਜ ਰਿਹਾ। ਜੇ ਕੋਈ ਨਰਮ ਦਿਲ ਵਾਲਾ ਹੋਏ, ਉਹ ਕਹੇ ਵੀ ਅੱਖ ਤੇ ਨਾ ਮਾਰੋ ਜੀ। ਉੱਥੇ ਤਾਂ ਵੈਰੀ ਫਿਰ ਕਿਰਪਾਨ ਜਦੋਂ ਘੋੜੇ ਦੇ ਚੜੇ ਸਿੰਘ ਤੇ ਮਾਰਦੇ ਨੇ, ਨਾਲ ਘੋੜਾ ਵੀ ਕੱਟ ਦਿੰਦੇ ਨੇ, ਕਾਠੀ ਵੀ ਕੱਟ ਦਿੰਦੇ ਨੇ, ਕਿਉਂਕਿ ਉਸ ਟਾਈਮ ਬਲ ਚੜਿਆ ਹੁੰਦਾ, ਵੀਰ ਰਸ ਹੁੰਦਾ ਹੈ। ਸਮੂਹ ਹੂਹ ਦੇ ਤਹਿ ਨਾ ਖੇਤ ਸਿੰਘ ਛੋੜਿਓ। ਕਹਿੰਦੇ ਸਿੰਘਾਂ ਨੇ ਫਿਰ ਖੇਤ ਨਹੀਂ ਛੱਡਿਆ। ਖੇਤ ਜੋ ਮੰਡੇ ਉਹ ਸੂਰਮਾ,
ਜਿਹੜੇ ਸੂਰਮੇ ਹੁੰਦੇ ਨੇ ਨਾ, ਉਹ ਖੇਤ ਨੂੰ ਮੰਡ ਲੈਂਦੇ ਨੇ, ਆ ਕੇ ਫਿਰ ਖੇਤ ਦੇ ਅੰਦਰ ਡਟ ਜਾਂਦੇ ਨੇ। ਬਾਬਾ ਅਜੀਤ ਸਿੰਘ ਜੀ ਨੇ ਖੇਤ ਦੇ ਅੰਦਰ, ਜੰਗ ਦੇ ਮੈਦਾਨ ਦੇ ਅੰਦਰ ਆਪਣਾ ਪੈਰ ਜਮਾ ਲਿਆ ਹੈ। ਸੜਾ ਸੜੀ ਤਤਾਰ ਚੇ ਪ੍ਰਹਾਰ ਬ੍ਰਿੰਦ ਮੋਰਿਓ। ਤਤਾਰਚੇ ਕਹਿੰਦੇ ਇੱਕ ਦੂਸਰੇ ਦੇ ਸਨਮੁਖ ਭਾਰੇ ਵਾਰ ਚੱਲ ਰਹੇ ਨੇ, ਕਿਉਂਕਿ ਹਜੇ ਫੌਜ ਥੋੜੀ ਜਿਹੀ ਦੂਰ ਹੈ ਤੇ ਗੋਲੀਆਂ ਚੱਲ ਰਹੀਆਂ। ਜਦੋਂ ਨੇੜੇ ਆਣਗੇ ਤਦੋਂ ਕਿਰਪਾਨਾਂ ਚੱਲਣਗੀਆਂ, ਕਿਉਂਕਿ ਜੇ ਅਸੀਂ ਗੋਲੀ ਚਲਾਈਏ ਨਾ, ਉਹ ਦੂਰੋਂ ਅਸਰ ਕਰਦੀ ਹੈ, ਪਰ ਹੁਣ ਨੇੜੇ ਆ ਗਏ ਜਦੋਂ, ਤਦੋਂ ਕਿਰਪਾਨਾਂ ਚਲਾ ਰਹੇ ਨੇ। ਸਮਾਨ ਸਰਪ ਫੂਕਤੇ ਸਰੀਰ ਪੋਰ ਫਾਰ ਹੋਏ। ਤੇ ਬਾਬਾ ਅਜੀਤ ਸਿੰਘ ਜਿੱਥੇ ਬੰਦੂਕ ਚਲਾਉਂਦੇ ਨੇ ਨਾ, ਨਾਲ ਹੀ ਪੱਥੇ ਚੋਂ ਤੀਰ ਕੱਢ ਕੇ ਫਨੀਅਰ ਸੱਪ ਵਰਗੇ ਤੀਰ ਵੀ ਛੱਡਦੇ ਨੇ ਜੰਗ ਵਿੱਚ। ਲਗੇ ਨਾ ਫੇਰ ਜੀਵ ਤੇ ਗਿਰੰਤ ਧੁੰਡ ਭਾਰ ਹੋਏ। ਕਹਿੰਦੇ ਜਿਹਦੇ ਉਹ ਤੀਰ ਲੱਗ ਜਾਂਦਾ ਹੈ, ਉਹ ਫੇਰ ਜਿੰਦਾ ਨਹੀਂ ਰਹਿੰਦਾ। ਬਾਬਾ ਅਜੀਤ ਸਿੰਘ, ਧੰਨ ਧੰਨ ਬਾਬਾ ਅਜੀਤ ਸਿੰਘ, ਜਿਨ੍ਹਾਂ ਨੇ ਜੰਗ ਦੇ ਅੰਦਰ ਜਦੋਂ ਤੀਰ ਚਲਾਏ, ਫਿਰ ਵੈਰੀ ਨੂੰ ਉੱਠਣ ਦਾ ਮੌਕਾ ਨਹੀਂ ਦਿੱਤਾ। ਪ੍ਰਫੰਤ ਕੋ ਹੰਕਾਰ ਤੇ ਪੁਕਾਰ ਤੇ ਬਿਹਾਲ ਕੋ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਯੋਧਾ ਬਾਬਾ ਅਜੀਤ ਸਿੰਘ ਜਦੋਂ ਤੀਰ ਚਲਾਉਂਦਾ ਹੈ, ਉਹ ਪੁਕਾਰ ਕਰਦੇ ਨੇ। ਕੋਈ ਕਹਿੰਦਾ ਹਾਏ ਬਚਾ ਲਓ, ਕੋਈ ਕਹਿੰਦਾ ਮੈਨੂੰ ਪਾਣੀ ਦੇ ਦਿਓ, ਕੋਈ ਕਹਿੰਦਾ ਮੇਰੇ ਤੀਰ ਤੇ ਫੱਟ ਵੱਜ ਗਿਆ। ਪਰ ਉੱਥੇ ਜਿਹੜੇ ਕਾਇਰ ਨੇ, ਉਹਨਾਂ ਦੀ ਪੁਕਾਰ ਕੋਈ ਨਹੀਂ ਸੁਣਦਾ। ਸੂਰਮੇ ਜਿਹੜੇ ਨੇ ਉਹ ਜੰਗ ਲੜਦੇ ਨੇ। ਦਰੰਤ ਕੋ ਤੁਰੰਗ ਤੇ ਪ੍ਰੜੰਤ ਪਾਏ ਕਾਲ ਕੋ। ਕਹਿੰਦੇ ਬਾਬਾ ਅਜੀਤ ਸਿੰਘ ਕਾਲ ਦਾ ਸਰੂਪ ਨੇ। ਘੋੜੇ ਦੇ ਉੱਤੇ ਐ ਮੰਨ ਲਓ ਅਜੀਤ ਸਿੰਘ ਨਹੀਂ ਘੁੰਮ ਰਿਹਾ, ਤੁਰਕਾਂ ਦਾ ਕਾਲ ਘੁੰਮ ਰਿਹਾ ਹੈ। ਗੁਰੂ ਸੁਨੰਦ ਸੂਰਮਾ ਹਠੀਲ ਜੰਗ ਖੇਤ ਕੋ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤਰ, ਜੰਗ ਦੇ ਅੰਦਰ ਹਠੀਲਾ ਹੈ, ਪਿੱਛੇ ਪੈਰ ਨਹੀਂ ਮੋੜਨ ਵਾਲਾ, ਫੁਰਤੀਲਾ ਹੈ, ਉਹਦੇ ਵਾਰਾਂ ਨੂੰ ਕੋਈ ਰੋਕ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਦੇ ਪੁੱਤਰ ਦੇ ਉੱਤੇ ਜੋ ਵਾਰ ਚੱਲਦਾ, ਉਹ ਬਚਾਅ ਵੀ ਕਰ ਲੈਂਦਾ, ਇੰਨਾ ਫੁਰਤੀਲਾ ਹੈ। ਅਜੀਤ ਸਿੰਘ ਨਾਮ ਕੀ ਸੁਲਾਜ ਰਾਖ ਜੀਤ ਕੋ। ਬਾਬਾ ਅਜੀਤ ਸਿੰਘ ਦਾ ਨਾਮ ਹੈ ਅਜੀਤ, ਜਿਹਨੂੰ ਕੋਈ ਜਿੱਤ ਨਹੀਂ ਸਕਦਾ ਜੰਗ ਦੇ ਅੰਦਰ। ਕਹਿੰਦੇ ਅਜੀਤ ਸਿੰਘ ਦੇ ਨਾਮ ਦੀ ਲਾਜ ਰੱਖ ਲਈ ਬਾਬਾ ਅਜੀਤ ਸਿੰਘ ਨੇ। ਨਾਮ ਅਜੀਤ ਹੈ ਨਾ, ਜਿਹਦਾ ਨਾਮ ਜੋ ਹੋਵੇ ਉਹਦੀ ਲਾਜ ਰੱਖੇ। ਭਗਵਾਨ ਰਾਮ ਜੀ ਦਾ ਨਾਮ ਸੀਗਾ ਰਾਮ, ਮਤਲਬ ਹਰ ਥਾਂ ਤੇ ਰਮਿਆ ਹੋਇਆ। ਤੇ ਜਦੋਂ ਭਗਵਾਨ ਰਾਮ ਨੂੰ ਕੋਈ ਯਾਦ ਕਰਦਾ, ਜੰਗਲਾਂ ਦੇ ਅੰਦਰ ਸ਼ਬਰੀ ਬੈਠੀ, ਭਗਵਾਨ ਰਾਮ ਉੱਥੇ ਆ ਗਏ। ਰਮਿਆ ਹੋਇਆ ਤੇ ਉਹੀ ਹੁੰਦਾ ਨਾ, ਜੋ ਸਾਰੀ ਥਾਂ ਤੇ ਪ੍ਰਗਟ ਹੋ ਜਾਵੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਫਰਜ਼ੰਦ ਦਾ ਨਾਮ ਹੈ ਬਾਬਾ ਅਜੀਤ ਸਿੰਘ, ਜਿਹਨੂੰ ਕੋਈ ਜੰਗ ਦੇ ਅੰਦਰ ਜਿੱਤ ਨਾ ਸਕੇ। ਜਦੋਂ ਬਾਬਾ ਅਜੀਤ ਸਿੰਘ ਜੰਗ ਦੇ ਅੰਦਰ ਜੋਧਾ ਪ੍ਰਗਟ ਹੋ ਗਿਆ, ਤਦੋਂ ਕੋਈ ਸਾਹਮਣੇ ਉਹ ਜਿੱਤ ਨਹੀਂ ਪਾ ਰਿਹਾ। ਬਹੀਰ ਦੂਰ ਜਾਏ ਕੈ ਪਹੁੰਚਿਓ ਸੰਭਾਰ ਕੈ। ਹੁਣ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਥੋੜੀ ਜਿਹੀ ਅੱਗੇ ਹੋ ਗਈ ਹੈ, ਕਿਉਂਕਿ ਪਰਿਵਾਰ ਅੱਗੇ ਹੋ ਗਿਆ। ਉਹਨਾਂ ਨੇ ਪਿੱਛੋਂ ਜਿਹੜੀ ਫੌਜ ਤੁਰਕਾਂ ਪਹਾੜੀਆਂ ਦੀ ਨੂੰ ਰੋਕ ਲਿਆ। ਹਾਂਜੀ। ਰਿਪੂਨ ਕੀ ਨਾ ਆਂਚ ਲਾਗ ਛੇਮ ਤੇ ਪਧਾਰਿਕ। ਰਿਪੂਨ ਕੀ ਨਾ ਆਂਚ ਲਾਗ, ਰਿਪੂ ਕਹਿੰਦੇ ਨੇ ਦੁਸ਼ਮਣ ਨੂੰ, ਐਨਮੀ ਨੂੰ। ਰਿਪੂਆਂ ਦੀ, ਦੁਸ਼ਮਣਾਂ ਦੀ ਆਂਚ ਗੁਰੂ ਤੇ ਗੁਰੂ ਦੇ ਪਰਿਵਾਰ ਤੇ ਨਹੀਂ ਲੱਗ ਰਹੀ। ਹੁਣ ਖਾਲਸਾ ਜੀ ਇੱਥੇ ਇਤਿਹਾਸ ਥੋੜਾ ਜਿਹਾ ਆਪਾਂ ਨੂੰ ਗੁਰੂ ਕਿਰਪਾ ਦੇ ਨਾਲ ਦੱਸਣਾ ਪੈਣਾ ਖੋਲ ਕੇ। ਬਾਬਾ ਅਜੀਤ ਸਿੰਘ ਨਿਰਮੋਹਗੜ੍ਹ ਸਾਹਿਬ ਜੰਗ ਲੜ ਰਹੇ ਨੇ। ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ 250 ਸਿੰਘ ਨੇ। 250 ਸਿੰਘਾਂ ਤੋਂ ਜਦੋਂ ਗੁਰੂ ਪਾਤਸ਼ਾਹ ਨੂੰ ਪਤਾ ਲੱਗਦਾ ਵੀ ਬਾਬਾ ਅਜੀਤ ਸਿੰਘ ਪਿੱਛੇ ਲੜ ਰਹੇ ਨੇ, ਹਜੇ ਉਹ ਤਕਰੀਬਨ 50-60 ਹਜ਼ਾਰ ਤੁਰਕਾਂ ਨਾਲ ਲੜ ਰਹੇ ਨੇ, ਤੇ ਹਜੇ ਇਹਨਾਂ ਦਾ ਜੰਗ 10 ਲੱਖ ਦੇ ਨਾਲ ਹੋਣਾ ਹੈ। ਹਜੇ ਛੋਟਾ ਜੰਗ ਲੜ ਰਹੇ ਨੇ। ਜਿਸ ਤਰ੍ਹਾਂ ਅਸੀਂ ਕਹਿ ਲਈਏ ਫਸਟ ਟਰਮੀਨਲ ਐਗਜ਼ਾਮ, ਸੈਕੰਡ ਟਰਮੀਨਲ ਐਗਜ਼ਾਮ, ਹਜੇ ਫਾਈਨਲ ਐਗਜ਼ਾਮ ਪਿਆ ਚਮਕੌਰ ਸਾਹਿਬ ਦਾ। ਜੇ ਬਾਬਾ ਅਜੀਤ ਸਿੰਘ ਨੇ ਇੱਥੇ ਸ਼ਹੀਦੀ ਦੇ ਦਿੱਤੀ, 10 ਲੱਖ ਦੀ ਫੌਜ ਦੇ ਨਾਲ ਪੁਰਜਾ ਕਿਵੇਂ ਕੱਟਿਆ ਜਾਣੇਗਾ ਇਹਨਾਂ ਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸੂਰਮੇ ਜਰਨੈਲ ਬਾਬਾ ਉਦੈ ਸਿੰਘ ਨੂੰ ਯਾਦ ਕਰਦੇ ਨੇ ਕਿ ਆ ਉਦੈ ਸਿੰਘ ਪਿੱਛੇ ਕੌਣ ਲੜ ਰਿਹਾ ਹੈ? ਮਹਾਰਾਜ ਆਪ ਜੀ ਦੇ ਵੱਡੇ ਪੁੱਤਰ ਲੜ ਰਹੇ ਨੇ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਕਿਹਾ ਉਦੈ ਸਿੰਘ ਜੀ ਤੁਸੀਂ ਜਾਓ ਤੇ ਜਾ ਕੇ ਜੰਗ ਦੇ ਅੰਦਰ ਬਾਬਾ ਅਜੀਤ ਸਿੰਘ ਨੂੰ ਅੱਗੇ ਭੇਜੋ ਤੇ ਤੁਸੀਂ ਉਹ ਜੰਗ ਨੂੰ ਕਮਾਂਡ ਨੂੰ ਸੰਭਾਲੋ। ਬਾਬਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਕੋਲ ਪਿੱਛੇ ਬੁਲਾਇਆ ਤੇ ਜਰਨੈਲ ਉਦੈ ਸਿੰਘ ਜੀ ਨੂੰ ਅੱਗੇ ਭੇਜਿਆ। ਜਦੋਂ ਬਾਬਾ ਜਰਨੈਲ ਸਿੰਘ ਕੁਝ 25-30 ਸਿੰਘਾਂ ਦਾ ਜੱਥਾ ਲੈ ਕੇ
ਨਿਰਮੋਹਗੜ੍ਹ ਵਾਲੇ ਸਥਾਨ ਤੇ ਜਾ ਕੇ ਬਾਬਾ ਅਜੀਤ ਸਿੰਘ ਨੂੰ ਕਿਹਾ, ਤੁਹਾਨੂੰ ਗੁਰੂ ਪਾਤਸ਼ਾਹ ਦਾ ਹੁਕਮ ਹੈ, ਅੱਗੇ ਚਲੋ। ਹੁਣ ਖਾਲਸਾ ਜੀ ਰਣ ਦੇਖ ਸੂਰੇ ਉਲਾਸ, ਗੁਰੂ ਗ੍ਰੰਥ ਸਾਹਿਬ ਚ ਆਉਂਦਾ, ਜਦੋਂ ਰਣ ਦੇ ਅੰਦਰ ਸੂਰਮੇ ਦੇਖਦੇ ਨੇ ਨਾ ਜੰਗ ਮੱਚਿਆ ਪਿਆ, ਉਹਨਾਂ ਦਾ ਜੰਗ ਛੱਡਣ ਨੂੰ ਜੀ ਨਹੀਂ ਕਰਦਾ। ਬਾਬਾ ਅਜੀਤ ਸਿੰਘ ਜੀ ਜੰਗ ਛੱਡਣਾ ਨਹੀਂ ਚਾਹ ਰਹੇ, ਪਰ ਗੁਰੂ ਦਾ ਹੁਕਮ ਹੈ। ਗੁਰੂ ਪਾਤਸ਼ਾਹ ਦਾ ਹੁਕਮ ਮੰਨ ਕੇ ਬਾਬਾ ਅਜੀਤ ਸਿੰਘ ਕੁਝ ਕੁ ਸਿੰਘ ਲੈ ਕੇ ਉਧਰੋਂ ਵਾਪਸ ਗੁਰੂ ਪਾਤਸ਼ਾਹ ਵੱਲ ਹੋਏ ਤੇ ਉਧਰੋਂ ਉਦੈ ਸਿੰਘ ਨੇ ਜੰਗ ਦੀ ਕਮਾਂਡ ਨੂੰ ਸੰਭਾਲ ਲਿਆ। ਜਦੋਂ ਉਦੈ ਸਿੰਘ ਜੰਗ ਲੜਨ ਲੱਗੇ ਨਾ, ਤਦੋਂ ਵੈਰੀਆਂ ਨੇ ਸੋਚਿਆ ਵੀ ਗੁਰੂ ਆਪਣੇ ਪੁੱਤਰ ਨੂੰ ਬਚਾਉਣ ਲਈ ਆਪ ਆ ਗਿਆ, ਕਿਉਂਕਿ ਉਦੈ ਸਿੰਘ ਦੀ ਜੋ ਸ਼ਕਲ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਖੂਬ ਮਿਲਦੀ ਸੀ। ਉਹ ਵੀ 7.25 ਫੁੱਟ ਦੇ ਸੀਗੇ, ਜਵਾਨ ਸੀਗੇ, ਗੁਰੂ ਪਾਤਸ਼ਾਹ ਮਹਾਰਾਜ ਦੀ ਤਰ੍ਹਾਂ ਦੁਮਾਲਾ ਉੱਚਾ ਸਜਾਉਂਦੇ ਸੀ। ਉਹਨਾਂ ਨੂੰ ਕਿਧਰੇ ਭੁਲੇਖਾ ਪੈ ਗਿਆ ਵੀ ਗੁਰੂ ਨੇ ਪੁੱਤਰ ਨੂੰ ਕੱਢ ਕੇ ਤੇ ਆਪ ਜੰਗ ਚ ਆ ਗਏ। ਦੂਸਰੇ ਪਾਸੇ ਜਦੋਂ ਬਾਬਾ ਉਦੈ ਸਿੰਘ ਜੀ ਉਧਰੋਂ ਚੱਲੇ ਨੇ ਜੰਗ ਦੇ ਮੈਦਾਨ ਚੋਂ, ਅੱਗੇ ਨੂੰ ਹੋਏ ਨੇ ਪਹਾੜੀਆਂ ਵੱਲ ਨੂੰ, ਤੁਰਕਾਂ ਵੱਲ ਨੂੰ ਅਟੈਕ ਕਰਨ, ਬਾਬਾ ਅਜੀਤ ਸਿੰਘ ਪਿੱਛੇ ਨੂੰ ਹੋਏ ਨੇ। ਕਲਗੀਧਰ ਪਾਤਸ਼ਾਹ ਨੇ ਦੇਖ ਲਿਆ ਵੀ ਅਜੀਤ ਸਿੰਘ ਘੇਰੇ ਤੋਂ ਬਾਹਰ ਆ ਰਿਹਾ। ਇਧਰੋਂ ਭਾਈ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਨੂੰ ਜੰਗ ਦੇ ਅੰਦਰ ਉਦੈ ਸਿੰਘ ਦੀ ਮਦਦ ਲਈ ਭੇਜਿਆ। ਹੁਣ 2 ਜਰਨੈਲਾਂ ਨੂੰ ਨਿਰਮੋਹਗੜ੍ਹ ਸਾਹਿਬ ਭੇਜਿਆ, ਬਾਬਾ ਅਜੀਤ ਸਿੰਘ ਨੂੰ ਵਾਪਸ ਬੁਲਾਇਆ। ਉਹ ਸੂਰਮੇ ਲੜਦੇ ਨਿਰਮੋਹਗੜ੍ਹ ਸਾਹਿਬ ਤੋਂ ਸੱਚੇ ਪਾਤਸ਼ਾਹ ਸ਼ਾਹੀ ਟਿੱਬੀ ਦੇ ਕੋਲ ਗੁਰੂ ਕੇ ਸਿੰਘ ਪਹੁੰਚ ਗਏ। ਉਦੈ ਸਿੰਘ ਤੇ ਬਾਬਾ ਜੀਵਨ ਸਿੰਘ ਰੰਗਰੇਟੇ ਬੇਟੇ, ਜਿਹੜੇ ਭਾਈ ਜੈਤਾ ਜੀ ਹੋਏ ਨੇ, ਜਿਹੜੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਿਤਾ ਗੁਰਦੇਵ ਦਾ ਸੀਸ ਲੈ ਕੇ ਆਏ ਸੀ। ਨਿਰਮੋਹਗੜ੍ਹ ਤੋਂ ਚਲਦੇ ਤੁਰਕਾਂ ਪਹਾੜੀਆਂ ਦਾ ਅਟੈਕ ਸਹਿੰਦੇ ਸ਼ਾਹੀ ਟਿੱਬੀ ਵਾਲੇ ਸਥਾਨ ਤੇ ਆਏ। ਸ਼ਾਹੀ ਟਿੱਬੀ ਦੇ ਉੱਤੇ ਆ ਕੇ ਬਾਬਾ ਉਦੈ ਸਿੰਘ ਜੀ ਦੇ ਉੱਤੇ ਸਾਰੇ ਤੁਰਕਾਂ ਨੇ ਇਕੱਠੀਆਂ ਗੋਲੀਆਂ ਚਲਾ ਦਿੱਤੀਆਂ। ਤਕਰੀਬਨ 1.5-2 ਲੱਖ ਗੋਲੀਆਂ ਇਕੱਠੀਆਂ ਹੀ ਚਲਾ ਦਿੱਤੀਆਂ 25 ਸਿੰਘਾਂ ਤੇ। ਬਾਬਾ ਉਦੈ ਸਿੰਘ ਜੀ ਉੱਥੇ ਸ਼ਹੀਦ ਹੋ ਗਏ ਤੇ ਤੁਰਕਾਂ ਨੇ ਖੁਸ਼ੀ ਮਨਾ ਲਈ। ਤੁਰਕਾਂ ਨੇ ਸੋਚਿਆ ਵੀ ਗੁਰੂ ਮਾਰਿਆ ਗਿਆ, ਕਿਉਂਕਿ ਬਾਬਾ ਉਦੈ ਸਿੰਘ ਜਰਨੈਲ ਦੀ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਕਲ ਮਿਲਦੀ ਸੀ। ਉਹਨਾਂ ਨੇ ਸਾਰੇ ਆਪਣੇ ਦਲ ਦੇ ਅੰਦਰ ਖੁਸ਼ੀ ਮਰਵਾ ਦਿੱਤੀ ਵੀ ਜਿਹੜੇ ਗੁਰੂ ਨੂੰ ਲੱਭਦੇ ਸੀਗੇ ਉਹ ਗੁਰੂ ਲੱਭ ਗਏ ਤੇ ਗੁਰੂ ਮਾਰਿਆ ਗਿਆ। ਗੁਰੂ ਪਾਤਸ਼ਾਹ ਮਹਾਰਾਜ ਦਾ ਹੁਣ ਸਿਰ ਵੱਢਾਂਗੇ ਤੇ ਲੈ ਕੇ ਦਿੱਲੀ ਜਾਵਾਂਗੇ, ਔਰੰਗਜ਼ੇਬ ਤੋਂ ਇਨਾਮ ਲਵਾਂਗੇ। ਤੇ ਜਦੋਂ ਉਹ ਬਾਬਾ ਉਦੈ ਸਿੰਘ ਜੀ ਦੇ ਨੇੜੇ ਆਉਂਦੇ ਨੇ ਤੇ ਬਾਬਾ ਉਦੈ ਸਿੰਘ ਦੇ ਸਿਰ ਤੇ ਕਲਗੀ ਨਹੀਂ ਸੀਗੀ। ਉਹਨਾਂ ਨੇ ਕਿਹਾ ਵੀ ਗੁਰੂ ਜੰਗ 'ਚ ਕਲਗੀ ਨਹੀਂ ਲਗਾ ਕੇ ਆਇਆ, ਗੁਰੂ ਦਾ ਤਾਂ ਨਾਮ ਹੀ ਕਲਗੀਆਂ ਵਾਲਾ। ਉਹਨਾਂ ਨੇ ਫੇਰ ਬਾਬਾ ਉਦੈ ਸਿੰਘ ਜੀ ਦਾ ਦੁਮਾਲਾ ਵਧਾ ਦਿੱਤਾ, ਦੁਮਾਲਾ ਖੋਲਿਆ। ਤੇ ਜਦੋਂ ਦੁਮਾਲਾ ਖੋਲਿਆ, ਬਾਬਾ ਉਦੈ ਸਿੰਘ ਜੀ ਦੇ ਕੇਸ ਸੀਗੇ ਛੋਟੇ ਮੋਢਿਆਂ ਤੱਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੇਸ ਸੀਗੇ ਗੋਡਿਆਂ ਤੱਕ ਲੰਬੇ। ਉਹਨਾਂ ਚੋਂ ਇੱਕ ਬੋਲਿਆ ਪਹਾੜੀ, ਕਹਿੰਦਾ ਹੈ ਗੁਰੂ ਨਹੀਂ ਜੇ, ਇਹ ਤੇ ਕੋਈ ਗੁਰੂ ਦਾ ਸਿੰਘ ਹੈ ਜਿਹੜਾ ਖੂਬ ਗੁਰੂ ਵਰਗਾ ਮਿਲਦਾ, ਕਿਉਂਕਿ ਗੁਰੂ ਦੇ ਕੇਸ ਤੇ ਗੋਡਿਆਂ ਤੱਕ ਲੰਬੇ ਨੇ, ਮੈਂ ਆਪ ਦੇਖੇ ਨੇ ਅਨੰਦਪੁਰ ਸਾਹਿਬ। ਇਹ ਗੁਰੂ ਦਾ ਕੋਈ ਯੋਧਾ ਜਰਨੈਲ ਹੈ। ਉਹ ਦੁਬਾਰਾ ਜੰਗ ਦੇ ਅੰਦਰ ਤਤਪਰ ਹੁੰਦੇ ਨੇ ਤੇ ਬਾਬਾ ਜੀਵਨ ਸਿੰਘ ਦੇ ਉੱਤੇ ਹਮਲਾ ਕਰਦੇ ਨੇ। ਬਾਬਾ ਜੀਵਨ ਸਿੰਘ ਜੰਗ ਰੋਕਣਾ ਚਾਹੁੰਦੇ ਨੇ, ਪਰ ਬਹੁਤ ਪਹਾੜੀ ਫੌਜਾਂ ਹੋਣ ਕਰਕੇ ਉਹਨਾਂ ਦੇ ਉੱਤੇ ਵੀ ਬੜਾ ਭਾਰੀ ਅਟੈਕ ਹੁੰਦਾ ਹੈ। ਬਾਬਾ ਜੀਵਨ ਸਿੰਘ ਜੀ 7 ਪੋਹ ਅੱਜ ਵਾਲੇ ਦਿਨ ਸ਼ਹੀਦੀ ਪਾ ਜਾਂਦੇ ਨੇ। ਅੱਜ 2 ਸਿੰਘਾਂ ਦੀ ਮੁੱਖ ਸ਼ਹੀਦੀ ਹੈ, ਬਾਬਾ ਉਦੈ ਸਿੰਘ ਜੀ ਦੀ ਤੇ ਬਾਬਾ ਜੀਵਨ ਸਿੰਘ ਜੀ ਦੀ। ਉਨ ਦੋਨਾਂ ਦੀ ਸ਼ਹੀਦੀ ਜਿਹੜੀ ਹੈ ਉਹ ਸ਼ਾਹੀ ਟਿੱਬੀ ਤੇ ਹੋਈ ਹੈ। ਉੱਥੇ ਅੱਜ ਵੀ ਸ਼ਾਹੀ ਟਿੱਬੀ ਦੇ ਨਿਸ਼ਾਨ ਸਾਹਿਬ ਲੱਗਿਆ। ਖਾਲਸਾ ਜੀ ਅਨੰਦਪੁਰ ਸਾਹਿਬ ਅਸੀਂ ਸਾਰੇ ਜਾਂਦੇ ਆ, ਕੁਝ ਨਾਲ ਹੋਰ ਸਥਾਨ ਵੀ ਨੇ, ਉੱਥੇ ਵੀ ਜਾਣਾ ਚਾਹੀਦਾ। ਮਹਾਂਪੁਰਖਾਂ ਤੋਂ ਸੁਣਿਆ ਕਥਾ ਦੇ ਅੰਦਰ ਵੀ ਸਥਾਨਾਂ ਤੇ ਦਰਸ਼ਨ ਵੀ ਕੀਤੇ ਨੇ। ਜਿਹੜਾ ਨਿਰਮੋਹਗੜ੍ਹ ਸਥਾਨ ਹੈ ਨਾ, ਉੱਥੇ ਖਾਲਸਾ ਜੀ ਨਿਸ਼ਾਨ ਸਾਹਿਬ ਦੇ ਥੱਲੇ ਕੋਈ ਵੀ ਅਰਦਾਸ ਕੀਤੀ ਜਾਏ ਸ਼ਹੀਦਾਂ ਸਿੰਘਾਂ ਦੇ ਸਥਾਨ ਤੇ, ਉਹ ਪੂਰੀ ਹੁੰਦੀ ਹੈ। ਸੋ ਬਾਬਾ ਉਦੈ ਸਿੰਘ ਜੀ ਜਰਨੈਲ ਉੱਥੇ ਸ਼ਹੀਦ ਹੋਏ ਸ਼ਾਹੀ ਟਿੱਬੀ ਤੇ। ਭਾਈ ਜੀਵਨ ਸਿੰਘ ਜੀ ਦਾ ਵੀ ਉੱਥੇ ਹੀ ਸੰਸਕਾਰ ਹੋਇਆ ਤੇ ਉਸ ਸਥਾਨ ਦੇ ਉੱਤੇ ਸ਼ਾਹੀ ਟਿੱਬੀ ਤੇ। ਉਧਰ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਰੋਪੜ ਵੱਲ ਜਾ ਰਹੇ ਸੀ, ਪਰ ਬਚਿੱਤਰ ਸਿੰਘ ਜੀ ਦੇ ਜਿਨ੍ਹਾਂ ਨੇ ਨਾਗਣੀ ਮਾਰੀ ਸੀਗੀ, ਉਹਨਾਂ ਦੇ 2 ਗੋਲੀਆਂ ਨਾ ਪੱਟ ਤੇ ਲੱਗ ਗਈਆਂ। ਪੱਟ ਤੇ ਗੋਲੀਆਂ ਲੱਗਣ ਦੇ ਜਦੋਂ ਲੱਗੀਆਂ ਤੇ ਬਾਬਾ ਅਜੀਤ ਸਿੰਘ ਨੇ ਉਹਨਾਂ ਨੂੰ ਹੱਥ ਤੋਂ ਫੜ ਕੇ ਘੋੜੇ ਤੇ ਬਾਹ ਲਿਆ। ਘੋੜੇ ਤੇ ਬਾਹਣ ਤੋਂ ਬਾਅਦ ਉਹਨਾਂ ਨੇ ਕਿਹਾ
ਤੁਸੀਂ ਸਾਡੇ ਨਾਲ ਪਿਤਾ ਗੁਰਦੇਵ ਕੋਲ ਚੱਲੋ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਪੜ ਵੱਲ ਜਾ ਰਹੇ ਸੀ, ਰਸਤੇ ਦੇ ਅੰਦਰ ਗੁਰਦੁਆਰਾ ਭੱਠਾ ਸਾਹਿਬ ਹੈ, ਤੁਸੀਂ ਸਾਰਿਆਂ ਨੇ ਦਰਸ਼ਨ ਕੀਤੇ ਨੇ। ਭੱਠਾ ਸਾਹਿਬ ਵਾਲੇ ਸਥਾਨ ਦੇ ਉੱਤੇ ਨਿਹੰਗ ਕੋਟਲਾ ਖਾਨ ਨੇ ਕਿਹਾ, ਉਹ ਗੁਰੂ ਦਾ ਸਿੱਖ ਸੀ। ਮਹਾਰਾਜ ਤੇ ਚੱਪੇ ਚੱਪੇ ਨਾਲ ਵਾਕਿਫ ਸਨ। ਇਤਿਹਾਸ ਖਾਲਸਾ ਜੀ ਬਹੁਤ ਲੰਬਾ ਹੈ, ਜੇ ਸਾਰਾ ਵਿਸਥਾਰ ਨਾਲ ਦਸੀਏ ਤਕਰੀਬਨ 3 ਮਹੀਨੇ ਕਥਾ ਹੋਵੇ ਤਾਂ ਸ਼ਹੀਦੀ ਪ੍ਰਸੰਗ ਹੋ ਸਕਦਾ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਨਿਹੰਗ ਕੋਟਲੇ ਖਾਨ ਨੇ ਕਿਹਾ, ਮਹਾਰਾਜ ਮੁਸਲਮਾਨ ਸਿੱਖ ਸੀ ਮਹਾਰਾਜ ਦਾ, ਕਿਹਾ ਮਹਾਰਾਜ ਮੈਨੂੰ ਸੇਵਾ ਦਾ ਮੌਕਾ ਦਿਓ, ਰਾਤ ਇੱਥੇ ਹੀ ਰੁਕ ਜਾਓ। ਸੱਚੇ ਪਾਤਸ਼ਾਹ ਰਾਜਨੀਤੀ ਦਾ ਜੰਗ ਦਾ ਦਾਅ ਖੇਡਣਾ ਚਾਹੁੰਦੇ ਸੀ। ਮਹਾਰਾਜ ਕਿਹਾ ਅਸੀਂ ਤੁਰਕ ਪਹਾੜੀਆਂ ਨੂੰ ਥਕਾ ਕੇ ਭਜਾ ਕੇ ਫਿਰ ਜੰਗ ਲੜਾਂਗੇ। ਇਹ ਵੀ ਜੰਗ ਦਾ ਇੱਕ ਦਾਅ ਹੁੰਦਾ। ਇੱਕ ਤਾਂ ਦੁਸ਼ਮਣ ਤੱਤਾ ਆਇਆ, ਤਾਜ਼ਾ ਖਾ ਪੀ ਕੇ ਆਇਆ, ਉਹਦੇ ਨਾਲ ਲੜਨ ਲੱਗ ਜਾਣਾ, ਉਹ ਤਾਂ ਹਾਰ ਜਾਾਂਗੇ। ਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਭਜਾਵਾਂਗੇ। ਚਮਕੌਰ ਸਾਹਿਬ ਤੱਕ ਭਜਾਇਆ। ਜਦੋਂ ਥੱਕ ਗਏ, ਹੰਬ ਗਏ, ਫਿਰ ਜੰਗ ਕੀਤਾ। ਜੰਗ ਦਾ ਦਾਅ ਖੇਡਿਆ ਉਹਨਾਂ ਨੇ। ਗੁਰੂ ਪਾਤਸ਼ਾਹ ਨੇ ਨਿਹੰਗ ਕੋਟਲੇ ਖਾਨ ਨੂੰ ਕਿਹਾ, ਸਾਡਾ ਇੱਕ ਸਿੰਘ ਬਹੁਤ ਜ਼ਖਮੀ ਹੋ ਗਿਆ, ਜੇ ਤੂੰ ਸੇਵਾ ਹੀ ਕਰਨਾ ਚਾਹੁੰਦਾ ਉਸ ਸਿੰਘ ਨੂੰ ਰੱਖ ਲੈ। ਬਾਬਾ ਬਚਿੱਤਰ ਸਿੰਘ ਜਿਨ੍ਹਾਂ ਨੇ ਨਾਗਣੀ ਮਾਰੀ ਸੀਗੀ ਹਾਥੀ ਦੇ ਸਿਰ ਦੇ ਅੰਦਰ 16 ਜਨਵਰੀ 1704 ਨੂੰ ਕਿਲਾ ਲੋਹਗੜ੍ਹ ਦੇ ਸਥਾਨ ਦੇ ਉੱਤੇ, ਉਹਨਾਂ ਨੂੰ ਉਹਨਾਂ ਦੇ ਘਰ ਟਿਕਾਇਆ। ਤੇ ਤੁਰਕੀ ਫੌਜ ਪਿੱਛੋਂ ਭੱਜ ਕੇ ਲੱਭ ਰਹੀ ਸੀਗੀ ਗੁਰੂ ਨੂੰ, ਤੇ ਆਂਦੇ ਉਹਨਾਂ ਨੇ ਨਿਹੰਗ ਕੋਟਲਾ ਖਾਨ ਦਾ ਘਰ ਵੀ ਖੜਕਾਤਾ। ਤੇ ਘਰ ਦੇ ਬਾਹਰ ਕੁਝ ਚਿੰਨ੍ਹ ਐਸੇ ਘੋੜਿਆਂ ਦੇ ਪਾਉ ਦਿਖੇ, ਉਹਨਾਂ ਨੂੰ ਸ਼ੱਕ ਹੋਇਆ। ਉਹਨਾਂ ਨੇ ਕਿਹਾ ਨਿਹੰਗ ਕੋਟਲਾ ਖਾਨ ਗੁਰੂ ਤਾਂ ਨਹੀਂ ਆਇਆ? ਕਿਹਾ ਗੁਰੂ ਇੱਥੇ ਸਾਡੇ ਕੋਲ ਨਹੀਂ ਆਇਆ। ਕਿਹਾ ਅਸੀਂ ਤੇਰੇ ਘਰ ਦੀ ਤਲਾਸ਼ੀ ਲੈਣਾ ਚਾਹੁੰਦੇ ਹਾਂ। ਇਹ ਇਤਿਹਾਸ ਗੁਰਦੁਆਰਾ ਭੱਠਾ ਸਾਹਿਬ ਦਾ ਰੋਪੜ ਦਾ। ਤੇ ਉੱਥੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ, ਜਦੋਂ ਮਹਾਰਾਜ ਤਾਂ ਹੁਣ ਅੱਗੇ ਨੂੰ ਹੋ ਗਏ ਚਮਕੌਰ ਸਾਹਿਬ ਵੱਲ, ਉਧਰ ਦੂਸਰੇ ਪਾਸੇ ਨਿਹੰਗ ਕੋਟਲਾ ਖਾਨ ਨੂੰ ਆ ਕੇ ਤੁਰਕੀ ਫੌਜਾਂ ਨੇ ਕਿਹਾ ਤਲਾਸ਼ੀ ਲੈਣੀ ਹੈ। ਬਾਬਾ ਬਚਿੱਤਰ ਸਿੰਘ ਅੰਦਰ ਕਮਰੇ 'ਚ ਸਨ। ਉਸਦੀ ਲੜਕੀ ਦਾ ਨਾਮ ਸੀ ਮੁਮਤਾਜ਼। ਮੁਮਤਾਜ਼ ਉਸ ਕਮਰੇ ਦੇ ਅੰਦਰ ਚਲੀ ਗਈ ਤੇ ਜਾ ਕੇ ਬਾਬਾ ਬਚਿੱਤਰ ਸਿੰਘ ਜਿੱਥੇ ਜ਼ਖਮੀ ਲੇਟੇ ਹੋਏ ਸਨ, ਬੇਹੋਸ਼ ਸਨ, ਜਾ ਕੇ ਉਸੇ ਬਿਸਤਰੇ ਦੇ ਉੱਤੇ ਬਹਿ ਗਈ। ਤੇ ਨਿਹੰਗ ਕੋਟਲਾ ਖਾਨ ਨੂੰ ਪੁੱਛਦੇ ਨੇ ਕਿ ਉਸ ਕਮਰੇ ਦੇ ਅੰਦਰ ਕੀ ਹੈ। ਉਹ ਕਹਿੰਦਾ ਉਸ ਕਮਰੇ 'ਚ ਨਾ ਜਾਇਓ, ਉੱਥੇ ਮੇਰਾ ਜਵਾਈ ਹੈ, ਮੇਰੀ ਧੀ ਹੈ। ਉਹਨਾਂ ਨੇ ਕਿਹਾ ਅਸੀਂ ਫੇਰ ਵੀ ਤਾਕੀ 'ਚੋਂ ਦੇਖਣਾ ਚਾਹੁੰਦੇ ਹਾਂ। ਤਾਕੀ 'ਚੋਂ ਦੇਖਿਆ, ਬੀਬੀ ਮੁਮਤਾਜ਼ ਬਾਬਾ ਬਚਿੱਤਰ ਸਿੰਘ ਜੀ ਦੇ ਕੋਲ ਬੈਠੀ ਸੀ। ਉਹਨਾਂ ਨੇ ਕਿਹਾ ਕੀ ਗੱਲ, ਤੇਰੇ ਜਵਾਈ ਨੂੰ ਕੀ ਹੋਇਆ? ਕਹਿੰਦੇ ਉਸ ਨੂੰ ਬੁਖਾਰ ਹੈ, ਮੇਰੀ ਲੜਕੀ ਉਸ ਦਾ ਇਲਾਜ ਕਰ ਰਹੀ ਹੈ। ਇੰਨੀ ਗੱਲ ਕਹਿ ਕੇ ਤੁਰਕ ਚਲੇ ਗਏ। ਤੇ ਬੀਬੀ ਮੁਮਤਾਜ਼ ਨੇ ਸੋਚਿਆ ਅੱਜ ਮੇਰੇ ਪਿਤਾ ਨੇ ਮੇਰੇ ਨਾਲ ਬਚਨ ਕੀਤਾ ਹੈ, ਤੁਰਕਾਂ ਨੂੰ ਕਿਹਾ ਵੀ ਮੇਰਾ ਜਿਹੜਾ ਜਵਾਈ ਹੈ ਉਹ ਕਮਰੇ 'ਚ ਹੈ, ਅੱਜ ਤੋਂ ਮੈਨੂੰ ਆਪਣਾ ਪਤੀ ਮੰਨ ਲਿਆ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ ਬਲਿਹਾਰ ਜਾਈਏ ਐਸੀਆਂ ਧੀਆਂ ਤੋਂ। ਉਹ ਬੱਸੀ ਪਠਾਣੇ ਪਿੰਡ ਦੇ ਅੰਦਰ ਮੰਗੀ ਹੋਈ ਸੀ, ਵਿਆਹ ਨਹੀਂ ਕੀਤਾ ਸਾਰੀ ਉਮਰ। 2 ਦਿਨ ਬਾਅਦ ਬਾਬਾ ਬਚਿੱਤਰ ਸਿੰਘ ਚੜ੍ਹਾਈ ਕਰ ਗਏ। ਸਾਰੀ ਉਮਰ ਮੁਮਤਾਜ਼ ਕੁਆਰੀ ਕੱਟੀ ਬਾਬਾ ਬਚਿੱਤਰ ਸਿੰਘ ਨੂੰ ਪਤੀ ਮੰਨ ਕੇ। ਉੱਥੇ ਬਾਬਾ ਬਚਿੱਤਰ ਸਿੰਘ ਦਾ ਰੋਪੜ ਭੱਠਾ ਸਾਹਿਬ ਦੇ ਬਿਲਕੁਲ ਲਾਗੇ ਤੇ ਸੰਸਕਾਰ ਹੋਇਆ ਸੀ। ਨਿਹੰਗ ਕੋਟਲਾ ਖਾਨ ਦੀ ਹਵੇਲੀ ਹੈ, ਉੱਥੇ ਉਹ ਸਥਾਨ ਵੀ ਬਣਿਆ। ਦਾਸ ਨੇ ਬਹੁਤ ਵਾਰ ਦਰਸ਼ਨ ਵੀ ਕੀਤੇ ਉਸ ਸਥਾਨ ਦੇ ਉੱਤੇ। ਪਹਿਲੇ ਤੇ ਉਹ ਕਿਸੇ ਬਾਣੀਏ ਪਰਿਵਾਰ ਕੋਲ ਸੀ, ਉਹ ਦੇ ਨਹੀਂ ਰਹੇ ਸੀ, ਪਰ ਸਿੰਘਾਂ ਨੇ ਮੋਰਚਾ ਮਾਰਿਆ, ਉਹ ਜਗ੍ਹਾ ਖਰੀਦ ਲਈ ਹੈ। ਤਕਰੀਬਨ 6 ਸਾਲ ਪਹਿਲੇ ਉਹ ਜਗ੍ਹਾ ਖਾਲਸੇ ਪੰਥ ਕੋਲ ਆ ਗਈ ਹੈ। ਉੱਥੇ ਬੜਾ ਸੁੰਦਰ ਗੁਰਦੁਆਰਾ ਵੀ ਬਣਿਆ। ਦੂਸਰੇ ਪਾਸੇ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਨਦੀ ਦੇ ਉੱਤੇ ਇਹ ਪਰਿਵਾਰ ਫਿਰ 3 ਪਾਸੇ ਵਿਗੜ ਗਿਆ। ਸਭ ਤੋਂ ਵੱਡੇ ਸਾਹਿਬਜ਼ਾਦੇ ਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਗੁਰੂ ਗੋਬਿੰਦ ਸਿੰਘ ਤੇ ਨਾਲ 35 ਸਿੰਘ, 5 ਸਿੰਘ ਪਿੱਛੋਂ ਜ਼ਖਮੀ ਆ ਕੇ ਨਾਲ ਰੱਲੇ ਸੀ। ਉਹ 40 ਸਿੰਘ ਚਮਕੌਰ ਸਾਹਿਬ ਵੱਲ ਹੋ ਗਏ। ਤੇ ਗੁਰੂ ਪਾਤਸ਼ਾਹ ਮਹਾਰਾਜ ਦੇ ਛੋਟੇ ਫਰਜ਼ੰਦ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਤੇ ਗੁਰੂ ਪਾਤਸ਼ਾਹ ਦੀ ਮਾਤਾ ਇਹ ਇੱਧਰ ਸਰਹੰਦ ਵੱਲ ਹੋ ਗਏ। ਤੇ ਉਹ ਇਤਿਹਾਸ ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਅੱਗੇ ਵਿਚਾਰਾਂਗੇ 26-27 ਤਰੀਕ ਨੂੰ। ਉਹਦੇ ਬਾਅਦ ਤੀਸਰਾ ਹਿੱਸਾ ਗੁਰੂ ਪਾਤਸ਼ਾਹ ਦੇ ਪਰਿਵਾਰ ਦਾ ਦਿੱਲੀ ਵਿਖੇ ਚਲਾ ਗਿਆ। ਮਾਤਾ ਸੁੰਦਰੀ, ਮਾਤਾ ਸਾਹਿਬ ਦੇਵਾ ਜੀ ਤੇ ਨਾਲ ਕੁਝ ਸਿੰਘ ਉਹ ਦਿੱਲੀ ਵੱਲ ਨੂੰ ਹੋ ਗਏ। ਗੁਰੂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਖੇਰੂ ਹੋ ਗਿਆ। ਉੱਥੇ ਖਾਲਸਾ ਜੀ ਮਹਾਰਾਜ ਨੇ ਸਰਸਾ ਨੂੰ ਸ਼ਰਾਪ ਵੀ ਦਿੱਤਾ, ਕਿਹਾ ਗੁਰੂ ਮਾਰੀ ਸਰਸਾ। ਅੱਜ ਵੀ ਨਿਹੰਗ ਸਿੰਘ ਜਦੋਂ ਅਸੀਂ ਗੁਰੂ ਪਾਤਸ਼ਾਹ ਮਹਾਰਾਜ ਦੇ ਹੋਲੇ ਮਹੱਲੇ ਤੇ ਜਾਂਦੇ ਆ ਚਮਕੌਰ ਸਾਹਿਬ ਤੋਂ ਸਾਰੇ ਦਰਸ਼ਨ ਕਰਦੇ ਆ ਸ਼ਹੀਦੀ ਸਥਾਨਾਂ ਦੇ। ਕਈ ਵਾਰੀ ਅਸੀਂ ਸਿੰਘਾਂ ਨਾਲ ਗਏ ਆ ਤੇ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਸੀ ਨਾ,
ਉਹ ਪਹਿਲਾਂ ਤਾਂ ਰੇਲ ਗੱਡੀਆਂ ਤੇ ਜਾਣਾ, ਕਾਰਾਂ ਤਾਂ ਫਿਰ ਹੁਣ ਬਹੁਤ ਬਾਅਦ ਹੋਈਆਂ, 2010 ਤੋਂ ਬਾਅਦ ਗੱਡੀਆਂ ਤੇ ਜਾਣ ਲੱਗੇ। ਤੇ ਉਹ ਬਜ਼ੁਰਗਾਂ ਨੇ ਨਾ ਆਪਣੇ ਪੋਟਲੀ ਦੇ ਅੰਦਰ ਇੱਕ ਇੱਟ ਰੱਖੀ ਹੁੰਦੀ ਸੀ, ਉਹ ਇੱਟ ਪੋਟਲੇ ਚੋਂ ਕੱਢ ਕੇ ਜਦੋਂ ਨਦੀ ਆਣੀ ਤੇ ਉਹ ਟ੍ਰੇਨ ਚੋਂ ਹੀ ਸੁੱਟਦੇ ਹੁੰਦੇ ਸੀ। ਕਹਿੰਦੇ ਗੁਰੂ ਮਾਰੀ ਹੈ। ਜਿਹੜੇ ਨਿਹੰਗ ਸਿੰਘ ਘੋੜਿਆਂ ਤੇ ਜਾਂਦੇ ਸੀ ਉਹ 5 ਜੁੱਤੀਆਂ ਮਾਰਦੇ ਹੁੰਦੇ ਸੀਗੇ। ਕਿਉਂ? ਕਿਉਂਕਿ ਗੁਰੂ ਮਾਰੀ ਸਰਸਾ ਗੁਰੂ ਨੇ ਸ਼ਰਾਪ ਦਿੱਤਾ ਸੀ। ਗੁਰੂ ਪਾਤਸ਼ਾਹ ਮਹਾਰਾਜ ਦੇ ਉੱਥੋਂ ਸਰਸਾ ਤੋਂ ਪਰਿਵਾਰ ਵਿਛੋੜਾ ਸਾਹਿਬ ਤੋਂ 3 ਹਿੱਸੇ ਹੋ ਗਏ। ਉਹ ਅੱਡ-ਅੱਡ ਥਾਵਾਂ ਤੇ ਗੁਰੂ ਦਾ ਪਰਿਵਾਰ ਖਿੰਡ ਗਿਆ। ਅੱਜ 7 ਪੋਹ ਵਾਲੇ ਦਿਨ ਬਾਬਾ ਜੀਵਨ ਸਿੰਘ ਜੀ ਅਤੇ ਧੰਨ ਧੰਨ ਬਾਬਾ ਉਦੈ ਸਿੰਘ ਜਰਨੈਲ ਉਹਨਾਂ ਦੀ ਸ਼ਹੀਦੀ ਹੋਈ। 2 ਦਿਨ ਬਾਅਦ ਬਾਬਾ ਬਚਿੱਤਰ ਸਿੰਘ ਵੀ ਚੜ੍ਹਾਈ ਕਰ ਗਏ। ਉਹ ਰੋਪੜ ਵਿਖੇ ਸਥਾਨ ਮੌਜੂਦ ਹੈ। ਜਦੋਂ ਜਦੋਂ ਸਮਾਂ ਮਿਲੇ ਸਾਨੂੰ ਇਹਨਾਂ ਸਥਾਨਾਂ ਤੇ ਜਾਣਾ ਚਾਹੀਦਾ ਹੈ। ਸ਼ਹੀਦੀ ਸਥਾਨਾਂ ਦਾ ਬੜਾ ਪ੍ਰਤਾਪ ਹੈ, ਉੱਥੋਂ ਸਿੱਖੀ ਦੀ ਦਾਤ ਤੇ ਨਾਮ ਦੀ ਬਖਸ਼ਿਸ਼ ਮਿਲਦੀ ਹੈ। ਕਈ ਵਾਰੀ ਸਿੰਘ ਬੜੇ ਵਚਨ ਕਰਦੇ ਨੇ, ਕਹਿੰਦੇ ਪਾਠ ਬੜਾ ਕਰੀਦਾ ਹੈ, ਕੀਰਤਨ ਵੀ ਕਰ ਲੈਂਦੇ ਆ, ਸਾਖੀਆਂ ਵੀ ਸੁਣਾ ਲੈਂਦੇ ਆ, ਪਰ ਮਨ ਨੂੰ ਟਿਕਾ ਨਹੀਂ ਮਿਲਦਾ। ਖਾਲਸਾ ਜੀ, ਮਨ ਨੂੰ ਟਿਕਾ ਤਾਂ ਮਿਲਦਾ ਹੈ ਜੇ ਸ਼ਹੀਦਾਂ ਦੇ ਸਥਾਨਾਂ ਦੇ ਉੱਤੇ ਜਾ ਕੇ ਭਜਨ ਬੰਦਗੀ ਕਰੀਏ, ਤਦ ਉਸ ਸਥਾਨਾਂ ਦੇ ਉੱਤੇ ਪ੍ਰਤਾਪ ਬਹੁਤ ਹੁੰਦਾ ਹੈ। ਜਿੰਨਾ ਤੁਸੀਂ ਪਾਠ ਕਰੋ 10 ਗੁਣਾ ਫਲ ਮਿਲਦਾ। ਸੋ ਉਹ ਕਈ ਖਾਲਸਾ ਜੀ ਉੱਥੇ ਦੇ ਬਚਨ ਗੁਪਤ ਨੇ, ਹੁਣ ਸਮਾਂ ਵਧੇਕ ਹੋ ਗਿਆ, ਇੰਨੇ ਕੁ ਬਚਨ ਪ੍ਰਵਾਨ ਕਰਨੇ। ਕੱਲ ਤੋਂ ਚਮਕੌਰ ਸਾਹਿਬ ਦੇ ਯੁੱਧ ਦਾ ਪ੍ਰਸੰਗ ਸੱਚੇ ਪਾਤਸ਼ਾਹ ਵਰਣਨ ਕਰਾਣ। ਲੜੀਵਾਰ ਇਤਿਹਾਸ ਤੇ ਬਹੁਤ ਲੰਬਾ ਸੀਗਾ, ਮੈਂ ਮਾਫੀ ਚਾਹਨਾ, ਉਹ ਇਤਿਹਾਸ ਲੜੀਵਾਰ ਨਹੀਂ ਹੋ ਸਕਿਆ ਕਿਉਂਕਿ ਸਮੇਂ ਦੀ ਵਧੀਕੀ ਹੈ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਸਮੂਹ ਜੱਥੇ ਦੇ ਨਾਲ ਦਰਬਾਰ 'ਚ ਆ ਗਏ ਨੇ। ਆਓ ਉਹਨਾਂ ਤੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰੀਏ। ਇੰਨੇ ਕੁ ਬਚਨ ਖਾਲਸਾ ਜੀ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।